सतगुर की सेवा सफल है। 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 एको करे चित लाए। ਸੋ ਇਹ ਅਰੇਂਜਮੈਂਟਸ ਨੇ ICU ਦੇ, ਜਿੱਥੇ ਕਿ ਪੇਸ਼ੈਂਟਸ ਜਿਹੜੇ ਥੋੜ੍ਹੇ ਜ਼ਿਆਦਾ ਮੁਸ਼ਕਲ 'ਚ ਹੋਣਗੇ ਉਹਨਾਂ ਨੂੰ ਇੱਥੇ ਰੱਖਿਆ ਜਾਏਗਾ। ਸੋ ਬਾਬਾ ਜੀ ਵੱਲੋਂ ਇਹ ਸਾਰਾ ਇੰਤਜ਼ਾਮ ਇੱਥੇ ਕੀਤਾ ਗਿਆ। ਹਾਂਜੀ, ਅਟੈਚ ਬਾਥਰੂਮ ਜੀ ਕਿਸੇ ਨੇ ਇਸ਼ਨਾਨ ਪਾਣੀ ਵੀ ਕਰਨਾ ਹੋਵੇ ਤੇ ਸਾਰਾ ਨਾਲ ਆ। ਜੀ ਇਹ 7 ਸਾਡੇ ਕੋਲ ਬੈੱਡ ਵਿੱਚ ਕਾਰਡੀਓਮੀਟਰ ਵਗੈਰਾ ਲੱਗੇ ਹੋਏ ਆ, ਆਕਸੀਜਨ ਪਲਾਂਟ ਸਾਰਾ ਕੁਝ ਲੱਗਿਆ। ਜੀ ਜੀ ਜੇ ਸਾਡਾ ਇਹ ਕਾਮਯਾਬ ਹੋ ਗਿਆ, ਮਤਲਬ ਇੱਧਰੋਂ ਅਸੀਂ ਠੀਕ ਹੋ ਗਏ ਤਾਂ ਫਿਰ ਅਸੀਂ ਦੂਸਰਾ ਵੀ ਲਿਆ ਸਕਦੇ ਹਾਂ, ਵੈਂਟੀਲੇਟਰ ਵੀ ਲਾ ਸਕਦੇ ਹਾਂ। ਜੀ ਜੀ ਤੋ ਜਦੋਂ ਸਾਡੇ ਕੋਲ ਡਾਕਟਰ ਆ ਗਏ, ਕਿਉਂਕਿ ਕਰੋੜ ਰੁਪਏ ਦੀ ਵੀ ਇੱਕ ਗੱਡੀ ਹੋਵੇ ਤੇ ਡਰਾਈਵਰ ਨਾ ਹੋਵੇ ਸਾਨੂੰ ਡਾਕਟਰ ਵੀ ਉਦਾਂ ਦੇ ਚਾਹੀਦੇ, ਸਪੈਸ਼ਲਿਸਟ ਜਿਹੜੇ ਉਹਨਾਂ ਨੂੰ ਕਵਰ ਕਰ ਸਕਣ। ਇਹ ਸਾਡੇ ਸਾਰਾ ICU ਦਾ ਪਲਾਨ ਲੱਗੇ ਹੋਏ ਆ ਤੇ ਜਦੋਂ ਵੀ ਸਾਨੂੰ ਲੋੜ ਪਏ ਉਹਦੇ ਅਨੁਸਾਰ ਅਸੀਂ ਕਰ ਸਕਦੇ ਹਾਂ। ਹਾਂਜੀ, ਬਿਲਕੁਲ ਇਹ ਸਾਰਾ ਪ੍ਰਬੰਧ ਜਿਹੜਾ ਹੈਗਾ, ਪ੍ਰਾਈਵੇਸੀ ਵੀ ਰਹੇ ਤੇ ਆਪਣਾ ਆਰਾਮ ਦੇ ਨਾਲ। ਸੋ ਸਾਰੇ ਪਾਸੇ ਹੀ ਇਹ ਪ੍ਰਬੰਧ ਜਿਹੜਾ ਹੈ ਉਹ ਮੌਜੂਦ ਹੈ। ਇੱਥੇ 7 ਬੈੱਡ ਇਸ ICU ਦੇ ਵਿੱਚ। ਦਿੱਕਤ ਨਹੀਂ ਕੋਈ ਸਾਰੇ ਨਾ। ਤੇ ਜਿਵੇਂ ਜਿਵੇਂ ਇਸ ਦੇ ਵਿੱਚ ਅੱਗੇ ਵਧਾਂਗੇ ਉਸ ਹਿਸਾਬ ਦੇ ਨਾਲ ਬਾਬਾ ਜੀ ਕਹਿ ਰਹੇ ਨੇ ਕਿ ਅਗਲੇ ਇੰਤਜ਼ਾਮਾਤ ਜਿਹੜੇ ਨੇ ਉਹ ਨਾਲ ਕੀਤੇ ਜਾਣਗੇ। ਸੋ ਇਹ ਜੋ ਆਕਸੀਜਨ ਦੀ ਸਪਲਾਈ ਇੱਥੇ ਸਿੱਧੀ ਥੱਲਿਓਂ, ਕਿਉਂਕਿ ਜਿਹੜੀ ਸਾਰੀ ਪਾਈਪਲਾਈਨ ਲੱਗੀ ਹੋਈ ਹੈ, ਸੋ ICU ਦੇ ਵਿੱਚ ਇੱਥੇ ਸਾਰਾ ਪ੍ਰਬੰਧ ਜਿਹੜਾ ਉਹ ਕਰ ਲਿਆ ਗਿਆ। ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੋਏਗੀ ਆਕਸੀਜਨ ਦੀ, ਉਹਨਾਂ ਨੂੰ ਇੱਥੇ ਟ੍ਰੀਟਮੈਂਟ ਕੀਤਾ ਜਾਏਗਾ। ਦੂਸਰਿਆਂ ਦੇ ਵਾਸਤੇ ਅਲੱਗ ਇੰਤਜ਼ਾਮ ਜਿਹੜਾ ਉਹ ਮੌਜੂਦ ਹੈ। ਨੇ ਜੀ ਵਾਰਡ ਇੱਥੇ ਤਿਆਰ ਕੀਤੀ ਗਈ। ਇੱਥੇ ਆਕਸੀਜਨ ਕੰਸਨਟ੍ਰੇਟਰ ਜਿਹੜੇ ਨੇ ਉਹ ਪ੍ਰੋਵਾਈਡ ਕੀਤੇ ਜਾਣਗੇ ਤਾਂ ਕਿ ਜਿਹੜਾ ਪੇਸ਼ੈਂਟ ਉੱਧਰੋਂ ਰਿਕਵਰ ਹੋ ਕੇ ਇੱਥੇ ਆ ਜਾਂਦਾ, ਉਹ ਇੱਥੇ ਆਪਣਾ ਆਪ ਨੂੰ ਹੋਰ ਤੰਦਰੁਸਤ ਕਰਕੇ ਤੇ ਫਿਰ ਹੀ ਇੱਥੋਂ ਜਿਹੜਾ ਉਸ ਨੂੰ ਛੁੱਟੀ ਮਿਲੇਗੀ। ਸੋ ਇਸ ਢੰਗ ਦਾ ਇੱਥੇ ਪ੍ਰਬੰਧ ਸਾਡੇ ਕੋਲ ਮੌਜੂਦ ਹੈ ਜੀ। ਕਿਉਂਕਿ ਕਈ ਵਾਰੀ ਇੱਕ ਪਰਿਵਾਰ ਦੇ ਹੀ 2 ਜੀ ਜਿਹੜੇ ਨੇ ਉਹ ਇਸ ਬਿਮਾਰੀ ਦੀ ਗ੍ਰਿਫਤ 'ਚ ਆ ਜਾਂਦੇ ਨੇ। ਸੋ ਉਹਨਾਂ ਦੇ ਵਾਸਤੇ ਇੱਥੇ ਛੋਟਾ ਨਾਲ ਕਿਚਨ ਦਾ ਵੀ ਪ੍ਰਬੰਧ ਹੈ ਕਿ ਆਪਣਾ ਜੋ ਵੀ ਉਹਨਾਂ ਨੂੰ ਜ਼ਰੂਰਤ ਹੈ ਉਹ ਆਪਣਾ ਤਿਆਰ ਕਰਨ, ਆਪ ਤਿਆਰ ਕਰਨ ਜਾਂ ਜੋ ਵੀ ਚਾਹੀਦਾ ਉਹ ਛਕਣ। ਸੋ ਇਹ ਸਾਰਾ ਪ੍ਰਬੰਧ ਇੱਥੇ ਬਾਬਾ ਜੀ ਹੋਰਾਂ ਵੱਲੋਂ ਕਿਸੇ ਚੀਜ਼ ਦਾ ਕੋਈ ਪੈਸਾ ਨਹੀਂ ਲਿਆ ਜਾਏਗਾ। ਸਾਰੀ ਸੇਵਾ ਜਿਹੜੀ ਹੈ ਹਸਪੀਟਲ ਵੱਲੋਂ ਕੀਤੀ ਜਾ ਰਹੀ ਹੈ। ਇਸ ਹਾਲ ਦੇ ਵਿੱਚ 6 ਬੈੱਡ ਨੇ। ਪਹਿਲਾਂ ਬਾਬਾ ਜੀ ਪਹਿਲਾਂ 8 ਸੀਗੇ ਤੇ ਹੁਣ 6 ਕਰ ਦਿੱਤੇ ਗਏ ਨੇ। ਹੁਣ ਥੋੜਾ ਖੁੱਲਾ ਏਰੀਆ ਚਾਹੀਦਾ ਹੁੰਦਾ। ਇਹਦੇ ਵਿੱਚ ਵੀ ਛੋਟੀ ਕਿਚਨ ਮੌਜੂਦ ਹੈ, ਵਾਸ਼ਰੂਮ ਤੇ ਕਿਚਨ ਦਾ ਪ੍ਰਬੰਧ ਜਿਹੜਾ। ਇਵੇਂ ਹੀ ਇਸ ਪਾਸੇ ਛੋਟੇ ਰੂਮ ਨੇ ਜਿਨ੍ਹਾਂ 'ਚ 2-2 ਬੈੱਡ ਨੇ, ਅਟੈਚ ਬਾਥਰੂਮ ਨੇ। ਸੋ ਕਈ ਵਾਰੀ ਹੁੰਦਾ ਕਿ ਪੇਸ਼ੈਂਟ ਦੇ ਨਾਲ ਕੋਈ ਅਟੈਂਡੈਂਟ ਆਇਆ ਹੁੰਦਾ, ਉਹ ਦੂਰੋਂ ਆਏ ਨੇ, ਫਿਰ ਉਹ ਕਿੱਥੇ ਜਾਣਗੇ। ਸੋ ਉਸ ਢੰਗ ਦੇ ਨਾਲ ਹਰ ਢੰਗ ਦੀ ਜਿਹੜੀ ਇੱਥੇ ਫੈਸਿਲਿਟੀ ਜਿਹੜੀ ਹੈ ਬਾਬਾ ਜੀ ਵੱਲੋਂ ਪ੍ਰੋਵਾਈਡ ਕੀਤੀ। ਇਸ ਢੰਗ ਦੇ 10 ਕਮਰੇ ਜਿਹੜੇ ਨੇ। ਸੋ ਬਿਲਕੁਲ ਮੈਂ ਸਮਝਦਾ ਕਿ ਦੇਖੋ ਕੋਈ ਨੇਕ ਕਾਰਜ ਕੀਤਾ ਹੋਏ ਤੇ ਉਹਦਾ ਕਿੰਨਾ ਲਾਭ ਕਿਹੜੇ ਵੇਲੇ ਜਾ ਕੇ ਮਿਲਣਾ। ਉਹ ਜਿਵੇਂ ਸਾਡੇ ਨਾਲ ਭੈਣ ਜੀ ਨੇ ਗੱਲ ਕੀਤੀ ਸੀ ਕਿ 1998 ਦੇ ਵਿੱਚ ਇਹਦੀ ਤਿਆਰੀ ਹੋਈ ਸੀ ਤੇ ਵੈਸੇ ਤਾਂ ਪਹਿਲਾਂ ਵੀ ਬਹੁਤ ਲਾਭ ਸੰਗਤਾਂ ਨੂੰ ਮਿਲਿਆ, ਪਰ ਮੈਂ ਸਮਝਦਾ ਇਸ ਦੌਰ ਦੇ ਵਿੱਚ, ਕਿਉਂਕਿ ਜਿੱਥੇ ਆਮ ਕਈ ਐਸੇ ਪਰਿਵਾਰ ਨੇ ਘਰ ਦੇ ਵਿੱਚ 2-2 3-3 ਜੀ ਜਿਹੜੇ ਬਿਮਾਰ ਪਏ ਨੇ, ਕਮਰੇ ਛੋਟੇ ਹੋਣ ਕਰਕੇ, ਜਗ੍ਹਾ ਘੱਟ ਹੋਣ ਕਰਕੇ ਉਹ ਘਰਾਂ 'ਚ ਉਹ ਸਾਰਾ ਆਈਸੋਲੇਸ਼ਨ ਨਹੀਂ ਕਰ ਸਕਦੇ, ਨਾ ਹੀ ਉੱਥੇ ਆਕਸੀਜਨ ਦਾ ਪ੍ਰਬੰਧ। ਸੋ ਉਹਨਾਂ ਦੇ ਵਾਸਤੇ ਸੇਵਾ ਜਿਹੜੀ ਹੈ ਬਾਬਾ ਜੀ ਵੱਲੋਂ ਕੀਤੀ ਜਾ ਰਹੀ ਹੈ ਇੱਥੇ। ਇਹ ਸਾਡਾ ਵੱਖਰਾ ਪਾਰਟੀਸ਼ਨ ਕਰ ਦਿੱਤੀ ਨਾ। ਸੋ ਜਿੱਧਰ ਕਰੋਨਾ ਦੇ ਪੇਸ਼ੈਂਟ ਹੋਣਗੇ ਉਸ ਖੇਤਰ ਨੂੰ ਬਾਕੀ ਏਰੀਆ ਦੇ ਨਾਲੋਂ ਬਿਲਕੁਲ ਵੱਖ ਕਰ ਦਿੱਤਾ ਜਾਏ। ਇਹ ਇੱਥੇ ਪ੍ਰਬੰਧ ਜਿਹੜਾ ਨਾ ਵੰਡ ਦਿੱਤਾ ਗਿਆ, ਕਹਿ ਲਓ। ਇਹ ਜਿਹੜੀ ਟੈਂਪਰੇਰੀ ਤੌਰ ਤੇ ਇਹ ਕਨਾਤ ਲਗਾ ਦਿੱਤੀ ਗਈ ਹੈ। ਆ ਜਿਹੜਾ ਸਾਈਡ ਜਿੱਥੇ ਇਸ ਵੇਲੇ ਅਸੀਂ ਖੜੇ ਆ, ਇੱਧਰ ਨਾਰਮਲ ਜਿਹੜੇ ਪੇਸ਼ੈਂਟ ਨੇ ਜਿਹੜੇ OPD ਵਾਸਤੇ ਜਾਂ ਹੋਰ ਹਸਪੀਟਲ ਚ ਆਉਂਦੇ ਨੇ ਉਹ,
ਤੇ ਇਸ ਤੋਂ ਪਰਲੀ ਸਾਈਡ ਇਸ ਦੀਵਾਰ ਤੋਂ ਉਹ ਸਾਰਾ ਏਰੀਆ ਜਿਹੜਾ ਹੈ ਉਹ ਕੋਵਿਡ ਪੇਸ਼ੈਂਟ ਦੇ ਵਾਸਤੇ, ਜਿਹੜੇ ਆਕਸੀਜਨ ਦੇ ਵਾਸਤੇ ਤੇ ਪੇਸ਼ੈਂਟ ਆਉਣਗੇ ਉਹਨਾਂ ਦੇ ਵਾਸਤੇ ਉਹਨਾਂ ਨੂੰ ਵੱਖਰਾ ਕਰ ਦਿੱਤਾ ਗਿਆ। ਸੋ ਹਰ ਢੰਗ ਦੇ ਨਾਲ ਜਿਵੇਂ ਜਿਵੇਂ ਵੀ ਜ਼ਰੂਰਤ ਹੁੰਦੀ ਹੈ, ਜਿਵੇਂ ਸਰਕਾਰ ਦਾ ਪ੍ਰੋਟੋਕਾਲ ਹੈ, ਇਹਦੇ ਪ੍ਰੋਸਾਈਜ਼ ਜਾਂ ਜੋ ਵੀ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਦੇ ਹੋਏ ਇੱਥੇ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ 5 ਮਸ਼ੀਨਾਂ ਨੇ ਜੀ, ਇਹਦੇ ਪੀਪੀ ਕਿੱਟਾਂ ਨੇ, 5000 ਮਾਸਕ ਜਿਹੜੇ ਨੇ ਉਹ 5 ਮਸ਼ੀਨਾਂ ਜਿਹੜੀਆਂ ਇੱਥੇ ਲਿਆਂਦੀਆਂ ਗਈਆਂ ਨੇ। ਸੋ 5 ਹੋਰ ਜਿਹੜੀਆਂ ਆਉਂਦੇ ਦਿਨਾਂ ਦੇ ਵਿੱਚ, ਕਿਉਂਕਿ ਗੱਡੀ ਦੇ ਵਿੱਚ ਇੰਨੀ ਸਪੇਸ ਸੀਗੀ ਤੇ ਅਸੀਂ ਉਸ ਹਿਸਾਬ ਨਾਲ ਆਪਣੀ ਸ਼ੁਰੂਆਤ ਹੋ ਰਹੀ ਹੈ। ਤੇ ਇਹ ਜਿਹੜੀ ਹੈ ਆਕਸੀਜਨ ਦੇਣ ਦੇ ਵਾਸਤੇ ਇਹ ਮਾਸਕ ਨੇ, ਪੀਪੀ ਕਿਟਸ ਨੇ ਤੇ ਮਸ਼ੀਨਾਂ ਨੇ। ਇਹ ਆਕਸੀਜਨ ਫਲੋ ਮੀਟਰ ਜਿਹੜੇ ਨੇ ਇਹਨਾਂ ਦੀ ਬੜੀ ਜ਼ਰੂਰਤ ਪੈ ਰਹੀ ਹੈ। ਇਹ ਵੀ ਨਹੀਂ ਮਿਲ ਰਹੇ ਸੀ, ਬੜੀ ਮੁਸ਼ਕਲ ਦੇ ਨਾਲ ਇਹ ਸਾਰਾ ਇੰਤਜ਼ਾਮ ਕੀਤਾ ਗਿਆ, ਕਿਉਂਕਿ ਜਦੋਂ ਆਪਾਂ ਇਹਦੇ ਨਾਲ ਸਾਰੀ ਫਿਟਿੰਗ ਹੋ ਕੇ, ਸੋ ਇਹ ਜਿਹੜੀ ਬੜੀ ਜ਼ਰੂਰਤ ਹੈ ਇਹਦੀ ਆਕਸੀਜਨ ਫਲੋ ਮੀਟਰ ਜਿਹੜੇ ਨੇ ਆਪਾਂ ਨੂੰ, ਕਿਉਂਕਿ ਸਿਲੰਡਰ ਤੋਂ ਜਦੋਂ ਆਕਸੀਜਨ ਸਪਲਾਈ ਦੇਣੀ ਉਹ ਇਹਦੇ ਨਾਲ ਜਿਹੜੀ ਹੈ, ਹਾਂਜੀ, ਸੋ ਉਹਦੇ ਵਾਸਤੇ ਇਹ ਪ੍ਰਬੰਧ ਜਿਹੜੇ ਨੇ ਇਹ ਕੀਤੇ ਗਏ ਨੇ। ਹਾਂਜੀ ਉਧਰ ਦੇ ਹਾਂਜੀ ਕੋਈ ਗੱਲ ਨਹੀਂ। इंग्लैंड तो आई मशीन ऑक्सीजन ਉਹਦਾ ਆਨੰਦ ਮਾਰ ਰਹੇ ਆ। ਜੋ ਬੀਬੀਜੀ ਇੱਥੇ ਜੋ ਹਸਪੀਟਲ ਦੇ ਵਿੱਚ ਆਕਸੀਜਨ ਦਾ ਜੋ ਪਲਾਂਟ ਲਗਾ ਹੋਇਆ ਉਹ ਤੋਂ ਸਿੱਧਾ ਇਹਨਾਂ ਦੇ ਕੋਲ ਆਕਸੀਜਨ ਪਹੁੰਚ ਗਈ ਆ। ਤੋਂ ਮਾਲਕ ਦੀ ਕਿਰਪਾ ਦੇ ਨਾਲ ਇਸੇ ਤਰ੍ਹਾਂ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਹੈ ਆਕਸੀਜਨ ਦੇ, ਇੱਥੋਂ ਵੀ ਡਾਕਟਰ ਸਾਹਿਬ ਕਹਿੰਦੇ ਘਰ ਜਾ ਕੇ ਤੁਸੀਂ ਸਾਰਾ ਕੁਝ ਕਰ ਸਕਦੇ ਆ, ਤੇ ਉਹਨਾਂ ਨੂੰ ਉਦਾਸ ਹੋਣ ਦੀ ਲੋੜ ਨਹੀਂ। ਉਹ ਸਿੱਧੇ ਹੀ ਇੱਥੇ ਬਾਬਾ ਜੀ ਦੇ ਆਸਾਨ ਤੇ ਆਉਣ, ਬਾਬਾ ਜੀ ਦੇ ਹਸਪੀਟਲ ਵਿੱਚ ਆਉਣ। ਇਸ ਤਰ੍ਹਾਂ ਉਹਨਾਂ ਨੂੰ ਆਕਸੀਜਨ ਦਾ ਜੋ सेवा है वो दी जाएगी। तो सारिया संगतां नूं इस काल की बहुत बहुत मुबारक, और खास करके साडे संगत टीवी जो एक नूर प्रोग्राम साडे बहुत ही सत्कारयोग गुरप्रीत जी की सेवा निभा रहे हैं, वो विशेष करके पहुंची है सारी टीम और जनतक टीवी और एक अपने बाबा जोड़े एकता टीवी सारे ही चैनल जितने भी पहुंचे हैं तो उन्होंने बहुत बहुत धन्यवाद है। गुरु पातशाह कृपा करे साढ़े सामने आ कि गुजी छन्नी ना ही बात, ये कोई लुकी छुपी गल नहीं है। ये सारिਆਂ ਨੂੰ ਆਕਸੀਜਨ ਇਸੇ ਤਰ੍ਹਾਂ ਹੀ ਪ੍ਰਾਪਤ ਹੋਏਗੀ, ਇਸੇ ਤਰ੍ਹਾਂ ਹੀ ਉਹਨਾਂ ਨੂੰ ਸਾਰੀ ਸਹੂਲਤ ਪ੍ਰਾਪਤ ਹੋਏਗੀ। ਇਹ ਸੰਤ ਬਾਬਾ ਪੀਰਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਦੇ ਨਾਲ ਅੱਜ ਸੰਤ ਬਾਬਾ ਪੀਰਦਾਸ ਨਗਰ ਦੇ ਚੈਰੀਟੇਬਲ ਹਸਪੀਟਲ ਵਿਖੇ ਜੋ ਆਕਸੀਜਨ ਦਾ ਪਲਾਂਟ ਸੀ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਸਾਰੀਆਂ ਸੰਗਤਾਂ ਆਪੋ ਆਪਣਾ ਨਾਮ ਲਿਖਾ ਕੇ ਜਿਨ੍ਹਾਂ ਨੂੰ ਜ਼ਰੂਰਤ ਆ ਉਹ ਆ ਕੇ ਲਾਭ ਲੈ ਸਕਦੀਆਂ। तो सारिਆਂ ਦਾ ਧੰਨਵਾਦ, ਮੀਡੀਆ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ। ਜੋ ਵਿਦੇਸ਼ਾਂ 'ਚ ਬੈਠੀਆਂ ਹੋਈਆਂ ਸੰਗਤਾਂ ਆਪਣੀ ਮਾਇਆ ਸਫਲ ਕਰ ਰਹੀ ਆ, ਉਹਨਾਂ ਨੂੰ ਉਦਾਸ ਹੋਣ ਦੀ ਲੋੜ ਨਹੀਂ। ਆਪ ਜੀ ਨੂੰ ਸਾਰਾ ਪਤਾ ਆ ਕਿ ਜਿਸ ਤਰ੍ਹਾਂ ਤੁਸੀਂ ਅੱਖਾਂ ਦੇ ਕੈਂਪ ਦੇ ਵਿੱਚ ਸੇਵਾ ਨਿਭਾਉਂਦੇ ਆ ਸੰਗਤ ਟੀਵੀ ਦੁਆਰਾ, ਸੰਗਤ ਏਡ ਦੁਆਰਾ ਅਤੇ ਹੋਰ ਵੀਡੀਓ ਦੁਆਰਾ, ਉਹ ਅੱਜ ਤੁਸੀਂ ਪ੍ਰਤੱਖ ਰੂਪ ਵਿੱਚ ਦੇਖਦੇ ਆ ਕਿ ਤੁਹਾਨੂੰ ਤੁਹਾਡੀ ਜੋ ਮਾਇਆ ਦਿੱਤੀ ਹੋਈ ਹਜ਼ਾਰਾਂ ਕਿੰਨੇ ਕਿਲੋਮੀਟਰ ਤੋਂ ਆ ਕੇ ਆਪਣੇ ਇੱਥੇ ਸੇਵਾ ਹੋ ਰਹੀ ਆ। और पता नहीं कि वैसे ही बिना इलाज तो जा रहे थे। असीं देखिया कि कोई दूसरा मरीज वधिया आ गया, वधिया पैसे वाला आ गया तो उसकी उतार के दूसरे ला दी गई है। तो अज इत्थे नहीं होएगा काम, असीं पूरी कोशिश करांगे। इत्थों बाद साडे रैड रूम दे विच मशीनां लगियां होईयां, और उत्थे भी सहूलत मिलेगी। जदों अपना मरीज कहेगा कि मैं हुण ठीक आ, फिर वो घर जाएगा। तो ये आप जी का घर है, ये आप जी का हॉस्पिटल है, आप जी का स्टाफ है, ਤੇ ਆਪ ਜੀ ਦੀ ਹੀ ਕਿਰਪਾ ਦੇ ਨਾਲ ਇਹ ਸਾਰੇ ਕਾਰਜ ਹੋ ਰਹੇ ਆ। ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੇ ਕੋਲ ਸੰਗਤ ਏਡ ਵੱਲੋਂ ਸਾਡੇ ਰਣਜੀਤ ਸਿੰਘ ਜੀ ਸਤਿਕਾਰਯੋਗ ਇਸੇ ਹੀ ਸੇਵਾ ਦੇ ਲਈ
ਆਪਣੇ ਪੰਜਾਬ ਭਰ ਦੇ ਵਿੱਚ ਸਾਨੂੰ ਕਹਿੰਦੇ ਦਿੱਲੀ ਜਾ ਕੇ ਸੇਵਾ ਕਰੋ। ਅਸੀਂ ਕਿਹਾ ਵੀ ਸਾਡਾ ਪੰਜਾਬ 'ਚ ਕਰਾਂਗੇ, ਕਿਉਂਕਿ ਪੰਜਾਬ ਦੀ ਵੀ ਵਾਰੀ ਆ ਨਾ ਉਹ। ਇਸ ਕਰਕੇ ਅਸੀਂ ਪੰਜਾਬ 'ਚ ਸ਼ੁਰੂ ਕਰ ਦਿੱਤੀ ਆ। ਦੌੜ ਦੇ ਵਿੱਚ ਜੋ ਸਾਡੇ ਬਾਬਾ ਨਾਮ ਦੇ ਚੈਰੀਟੇਬਲ ਹਸਪੀਟਲ ਰਾਏਪੁਰ ਸੂਰਪੁਰ ਵਿਖੇ ਬਣਿਆ ਹੋਇਆ, ਤੇ ਇਸ ਸੇਵਾ ਨੂੰ ਅਸੀਂ ਬਹੁਤ ਤਨਦੇਹੀ ਦੇ ਨਾਲ ਨਿਭਾਵਾਂਗੇ। ਤੋ ਅਸੀਂ ਪ੍ਰੋਮਿਸ ਕਰਦੇ ਹਾਂ ਜੀ ਆਪਣੇ ਰਣਧੀਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਵੱਲ ਦੇਖਿਆ। ਔਰ ਯੂਕੇ ਸਭਾ ਦਲਾਵਰ ਸਿੰਘ ਜੀ ਜੋ ਉਹਨਾਂ ਦੇ ਪ੍ਰਧਾਨ ਹੈ ਯੂਕੇ ਸਭਾ ਦੇ, ਔਰ ਯੋਗਰਾਜ ਜੀ, ਸਾਰੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਸਾਡੀਆਂ ਮਸ਼ੀਨਾਂ ਵੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਉਹ ਸੇਵਾ ਨਿਭਾ ਰਹੀਆਂ, ਇਸੇ ਤਰ੍ਹਾਂ ਸਾਰੀਆਂ ਮਸ਼ੀਨਾਂ ਔਰ ਸਾਰਾ ਜੋ ਤੁਹਾਡੀ ਦਿੱਤੀ ਹੋਈ ਮਾਇਆ ਦੁਆਰਾ ਪਦਾਰਥ ਦਿੱਤੇ ਗਏ ਆ ਹਸਪੀਟਲ ਨੂੰ, ਉਹਦੇ ਲਈ ਅਸੀਂ ਪੂਰੀ ਤਰ੍ਹਾਂ ਯਤਨਸ਼ੀਲ ਹਾਂ। ਅਸੀਂ ਸਾਰਿਆਂ ਨੂੰ ਇਸ ਸੇਵਾ ਤੱਕ ਜਿਹਨਾਂ ਨੂੰ ਜ਼ਰੂਰਤ ਹੈ ਪਹੁੰਚਾਵਾਂਗੇ। ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰਣਧੀਰ ਸਿੰਘ ਜੀ ਕਿਰਪਾ ਕਰਕੇ ਸਾਡਾ ਵੀਡੀਓ ਇਹਨਾਂ ਨੂੰ ਵੀ ਦੱਸ ਦਿੱਤਾ ਜਾਵੇ ਕਿ ਅਸੀਂ ਹਾਜ਼ਰ ਹਾਂ, ਕੋਈ ਗੱਲ ਨਹੀਂ, ਘਬਰਾਉਣਾ ਨਹੀਂ। ਜਦੋਂ ਤੱਕ ਤੁਸੀਂ ਸਾਰੇ ਰਾਜੀ ਨਹੀਂ ਜਦੋਂ ਤੱਕ ਤੁਹਾਡੀ ਸੇਵਾ ਚ ਹਾਜ਼ਰ। ਰਾਏਪੁਰ ਰਸੂਲਪੁਰ ਵਿਖੇ ਹਸਪਤਾਲ ਵਿਖੇ ਇਹ ਜੋ ਆਕਸੀਜਨ ਦਾ ਲੰਗਰ ਲਾਇਆ ਗਿਆ ਹੈ ਅਤੇ ਕੋਵਿਡ ਦੇ ਮਰੀਜ਼ਾਂ ਦੇ ਨਾਲ ਨਾਲ ਦਵਾ ਦਾਰੂ ਵੀ ਕੀਤਾ ਜਾਏਗਾ। ਇਹ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਅਤੇ ਜਿਨ੍ਹਾਂ ਡਾਕਟਰਾਂ ਨੇ ਇਸ ਦੇ ਵਿੱਚ ਸੇਵਾ ਕਰਨ ਦਾ ਪਰਨ ਕੀਤਾ ਹੈ ਉਹਨਾਂ ਨੂੰ ਤਾਂ ਨਮਸਕਾਰ ਕੀਤੀ ਜਾਂਦੀ ਹੈ। ਤੇ ਅਸੀਂ ਬਾਬਾ ਜੀ ਨਾਲ ਇੱਕ ਪ੍ਰੋਮਿਸ ਕਰਦੇ ਹਾਂ ਕਿ ਬਾਬਾ ਜੀ ਇਹ ਜੋ ਕਾਰਜ ਹੈ ਤੁਸੀਂ ਕਰ ਰਹੇ ਹੋ, ਅਸੀਂ ਜਿੰਨੇ ਵੀ ਜੋਗੀ ਹੈ ਸੰਗਤ ਏਡ ਸੰਗਤ ਟੈਲੀਵਿਜ਼ਨ ਪਹਿਲਾਂ ਤੋਂ ਹੀ ਸਾਡੇ ਚੇਅਰਮੈਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਆਹਲੂਵਾਲੀਆ ਜੋ ਕਿ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਮੁਖੀ ਨੇ ਅਤੇ ਸੰਗਤ ਟਰੱਸਟ ਦੇ ਵੀ ਚੇਅਰਮੈਨ ਨੇ। ਸੋ ਸੰਗਤ ਟਰੱਸਟ ਵੱਲੋਂ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਹ ਜੋ ਮਹਾਮਾਰੀ ਚੱਲੀ ਹੈ ਉਹਦੇ ਵਿੱਚ ਬਾਬਾ ਜੀ ਵੱਲੋਂ ਜਿੰਨਾ ਵੀ ਉਪਰਾਲਾ ਕੀਤਾ ਜਾਵੇਗਾ ਅਸੀਂ ਦਿਨ ਰਾਤ ਇਹਨਾਂ ਦੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁਬਾਰਕਾਂ ਦੇ ਦਿਓ ਤੁਸੀਂ ਵੀ, ਸਾਰਿਆਂ ਨੂੰ ਮੁਬਾਰਕਾਂ ਦੇ ਦਿਓ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣੂ ਹੋ, ਅੱਜ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਦੇ ਵਿੱਚ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਚੇਅਰਮੈਨ ਸੰਤ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਉਹਨਾਂ ਵੱਲੋਂ ਜੋ ਆਕਸੀਜਨ ਦੀਆਂ ਸੇਵਾਵਾਂ, ਕਿ ਕੋਵਿਡ-19 ਕਰਕੇ ਆਕਸੀਜਨ ਦੀ ਬਹੁਤ ਹੀ ਜ਼ਿਆਦਾ ਪੇਸ਼ੈਂਟ ਨੂੰ ਡੈਫੀਸ਼ੀਐਂਸੀ ਹੋ ਰਹੀ ਹੈ, ਘਾਟ ਹੋ ਰਹੀ ਹੈ, ਜਿਹਦੇ ਮੱਦੇਨਜ਼ਰ ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸੰਗਤ ਏਡ ਟੀਵੀ ਔਰ ਸੰਗਤ ਟੀਵੀ ਯੂਕੇ ਵੱਲੋਂ ਉਹਨਾਂ ਦੇ ਵੱਲੋਂ ਭਾਈ ਰਣਧੀਰ ਸਿੰਘ ਜੀ ਸਾਡੇ ਕੋਲ 5 ਮਸ਼ੀਨਾਂ ਜੋ ਆਕਸੀਜਨ ਕਨਸੈਂਟਰੇਟਰ ਲੈ ਕੇ ਪਹੁੰਚੇ ਹਨ ਔਰ ਪੀਪੀ ਕਿੱਟਾਂ ਲੈ ਕੇ ਪਹੁੰਚੇ ਹਨ। ਉਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ। ਸੰਗਤ ਏਡ ਦਾ ਬਹੁਤ ਧੰਨਵਾਦ, ਸੰਗਤ ਟੀਵੀ ਦਾ ਬਹੁਤ ਧੰਨਵਾਦ, ਗੁਰਪ੍ਰੀਤ ਜੀ ਦਾ ਧੰਨਵਾਦ, ਸਾਰੇ ਮੀਡੀਆ ਦਾ ਧੰਨਵਾਦ, ਜਿੰਨੀਆਂ ਵੀ ਸੰਗਤਾਂ ਆਈਆਂ ਹਨ, ਸਤਿਕਾਰਯੋਗ ਸੁਸਾਇਟੀਜ਼ ਸਭਾਵਾਂ ਦੇ ਮੈਂਬਰਾਂ ਆਏ ਹਨ, ਸਾਰਿਆਂ ਦਾ ਧੰਨਵਾਦ। ਔਰ ਸਭ ਤੋਂ ਜ਼ਿਆਦਾ ਧੰਨਵਾਦ ਡਾਕਟਰਸ ਦੀ ਟੀਮ ਦਾ ਕਿ ਜਿਨ੍ਹਾਂ ਨੇ ਬਾਬਾ ਜੀ ਦੇ ਇੱਕ ਮੈਸੇਜ ਤੇ ਇੱਕ ਵਾਰ ਵੀ ਮਨਾ ਨਹੀਂ ਕੀਤਾ ਕਿ ਬਾਬਾ ਜੀ ਕਈ ਸਾਰੀਆਂ 5-7 ਡਾਕਟਰਸ ਨਾਲ ਮੀਟਿੰਗਸ ਹੋਈਆਂ, ਸਾਨੂੰ 5-7 ਡਾਕਟਰ ਜਵਾਬ ਦੇ ਗਏ। ਬਾਬਾ ਜੀ ਨੂੰ ਕਹਿੰਦੇ ਕਿ ਬਾਬਾ ਜੀ ਸਾਨੂੰ ਡਰ ਲੱਗਦਾ, ਸਾਡੇ ਜਿਹੜੇ ਪਰਿਵਾਰ ਅਲਾਓ ਨਹੀਂ ਕਰਦੇ ਕਿ ਕਰੋਨਾ ਬਹੁਤ ਚੱਲ ਰਿਹਾ ਤੇ ਸਾਡੇ ਪਰਿਵਾਰ ਕਹਿੰਦੇ ਅਸੀਂ ਰਿਸਕ ਨਹੀਂ ਲੈਣਾ, ਸਾਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ। ਤਾਂ ਬਾਬਾ ਜੀ ਬੜਾ ਪਰੇਸ਼ਾਨ ਹੋਏ। ਤਾਂ ਫਿਰ ਕਹਿੰਦੇ ਕਿ ਜਦੋਂ ਪਰਮਾਤਮਾ ਨੂੰ ਤੁਸੀਂ ਸਾਕਸ਼ਾਤ ਮੰਨ ਕੇ ਨਾਲ ਚੱਲਦੇ ਹੋ ਤਾਂ ਤੁਹਾਡੇ ਹਰ ਵੇਲੇ ਹੈਲਪ ਲਈ ਖੜਾ ਹੁੰਦਾ। ਤਾਂ ਡਾਕਟਰ ਸਾਡੇ ਕੋਲ ਟੀਮ ਆਪ ਚੱਲ ਕੇ ਸੰਤ ਬਾਬਾ ਜਗੀਰ ਸਿੰਘ ਜੀ ਉਹਨਾਂ ਦੇ ਮਹਾਰਾਜ ਨਾਲ ਡਾਕਟਰ ਦਲਵੀਰ ਜੀ, ਡਾਕਟਰ ਦਰਸ਼ਨ ਜੀ ਕਹਿੰਦੇ ਬਾਬਾ ਜੀ ਸਾਨੂੰ ਕੋਈ ਪਰਵਾਹ ਨਹੀਂ, ਅਸੀਂ 24 ਘੰਟੇ ਤੁਹਾਡੇ ਨਾਲ ਆ। ਤਾਂ 4 ਡਾਕਟਰ ਇਸ ਟਾਈਮ ਡਾਕਟਰ ਮਨਦੀਪ ਸਿੰਘ ਜੀ MD ਮੈਡੀਸਨ ਔਰ ਡਾਕਟਰ ਦਲਵੀਰ ਜੀ, ਡਾਕਟਰ ਦਰਸ਼ਨ ਜੀ ਸਾਡੇ ਨਾਲ ਨੇ ਔਰ ਡਾਕਟਰ ਮਨਜੀਤ ਜੀ ਨਾਲ ਨੇ ਔਰ ਪੂਰਾ ਸਟਾਫ ਨਾਲ ਆ, GNM ANM ਨਰਸਿਸ ਨਾਲ ਨੇ ਔਰ ਹੈਲਪਿੰਗ ਸਟਾਫ ਵੀ ਨਾਲ ਆ। ਔਰ ਕਹਿੰਦੇ ਸਾਨੂੰ ਕੋਈ ਪਰਵਾਹ ਨਹੀਂ, ਜਿੱਥੇ ਤੁਸੀਂ ਖੜੇ ਆ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ, ਕਿਉਂਕਿ ਜਦੋਂ ਕਹਿੰਦੇ ਦੁਆ ਦੇ ਨਾਲ ਦੁਆ ਕੰਮ ਕਰਦੀ ਹੈ ਨਾ, ਜਿਹੜੀ ਦੁਆ ਹੁੰਦੀ ਹੈ ਉਹ ਫਿਰ ਦਵਾਈਆਂ ਤੋਂ ਵੀ ਉੱਪਰ ਚਲ ਜਾਂਦੀ ਆ। ਤੇ ਜਦੋਂ ਅਸੀਂ ਤੁਹਾਡੇ ਕੋਲ ਆਸ਼ੀਰਵਾਦ ਲੈਣ ਆਉਂਦੇ ਆ ਤੇ ਅਸੀਂ ਇਸ ਜਿਹੜੀ ਬਹੁਤ ਔਖੀ ਘੜੀ ਆ ਤੁਹਾਡੇ ਨਾਲ ਆ। ਤਾਂ ਸਾਰਿਆਂ ਦਾ ਬਹੁਤ ਬਹੁਤ ਮੀਡੀਆ ਦਾ ਧੰਨਵਾਦ। ਤਾਂ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਬਾਬਾ ਜੀ ਦਾ, ਕਿਉਂਕਿ ਬਾਬਾ ਜੀ ਬੜੇ ਪਰਵਾਹ ਨਹੀਂ ਕਰਦੇ, ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਮੌਤ ਇੱਕ ਦਿਨ ਆਣੀ ਆ। ਉਹ ਤਾਂ ਕਹਿੰਦੇ ਅੰਦਰ ਬੈਠੇ ਵੀ ਆਏ ਨੇ, ਜਦੋਂ ਮੌਤ ਨਹੀਂ ਕਹਿੰਦੇ ਸਭ ਦਰਵਾਜ਼ੇ ਭੰਨ ਕੇ ਮੌਤ ਨੂੰ ਅੰਦਰੋਂ ਵੀ ਖਿੱਚ ਕੇ ਲੈ ਜਾਂਦੀ ਆ। ਤੇ ਜੇ ਅਸੀਂ ਪਬਲਿਕ ਦੀ ਸਮਾਜ ਦੀ ਸੇਵਾ ਕਰਦੇ ਕਰਦੇ ਸਾਨੂੰ ਇਹ ਬਹੁਤ ਵੱਡਾ ਮਾਣ ਮਿਲ ਜਾਂਦਾ ਕਿ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਸੋਚ ਆ ਇਹ ਗੁਰੂਆਂ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਆਉਂਦੀ ਹੈ। ਤਾਂ ਸੰਤ ਪ੍ਰੀਤਮ ਦਾਸ ਜੀ ਮਹਾਰਾਜ ਜਿਹੜੇ ਖੁਦ ਮਤਲਬ ਕਿ ਸਾਕਸ਼ਾਤ ਭਗਵਾਨ ਦਾ ਰੂਪ ਸਨ, ਉਹਨਾਂ ਦੀ ਅਸੀਂ ਕੱਲ ਵੀਡੀਓ ਦੇ ਰਹੇ ਸੀ ਤਾਂ ਦੇਖ ਕੇ ਬੜਾ ਲੱਗ ਰਿਹਾ ਸੀ ਕਿ ਉਹਨਾਂ ਮਹਾਂਪੁਰਖਾਂ ਨੇ ਆਪਣਾ ਜੀਵਨ ਸਮਰਪਿਤ ਸਮਾਜ ਲਈ ਕੀਤਾ, ਇਸੇ ਤਰ੍ਹਾਂ ਬਾਬਾ ਜੀ ਨੇ ਕੀਤਾ। ਤਾਂ ਅਸੀਂ ਬਾਬਾ ਜੀ ਦੇ ਨਾਲ
ਉਹਦੇ ਨਾਲ ਖੁਸ਼ੀਆਂ ਮਾਣ ਰਹੇ ਹਾਂ। ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਆਓ ਰਲ ਕੇ ਆਪਾਂ ਜਿਨ੍ਹਾਂ ਨੂੰ ਵੀ ਆਕਸੀਜਨ ਦੀ ਕਮੀ ਹੈ ਇਹਦਾ ਆਪਾਂ ਫਾਇਦਾ ਲਈਏ। ਕੌਨਸਨਟ੍ਰੇਟਰ ਮਸ਼ੀਨਾਂ ਨਾਲ ਨੇ, ਜੇ ਕਿਸੇ ਨੂੰ ਘਰ ਲੋੜ ਆ ਦੇ ਸਕਦੇ ਆ। ਤੇ ਸਾਡਾ ਹਸਪੀਟਲ ਦਾ ਬਹੁਤ ਵੱਡਾ ਆਕਸੀਜਨ ਪਲਾਂਟ ਆ, ਉੱਥੇ ਕੌਨਸਨਟ੍ਰੇਟਰ ਬਹੁਤ ਵੱਡਾ ਪਲਾਂਟ ਲੱਗਾ ਹੋਇਆ ਜਿਹੜਾ ਆਕਸੀਜਨ ਬਣਾਉਂਦਾ। 25 ਸਿਲੰਡਰ ਆਪਣੇ ਕੋਲ ਇਸ ਟਾਈਮ ਭਰੇ ਹੋਏ ਨੇ ਆਕਸੀਜਨ ਦੇ। ਤੇ ਜਿਨ੍ਹਾਂ ਨੂੰ ਵੀ ਜ਼ਰੂਰਤ ਆ ਕੇ ਪੂਰਾ ਫਾਇਦਾ ਉਠਾਓ ਤਾਂ ਜੋ ਆਕਸੀਜਨ ਦੀ ਕਮੀ ਕਰਕੇ ਕਿਸੇ ਦੀ ਜਾਨ ਨੂੰ ਖਤਰਾ ਨਾ ਪਵੇ। ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇਹ ਜਿਹੜੀ ਸੇਵਾ ਆਰੰਭ ਹੋ ਗਈ ਹੈ, ਚਾਹੇ ਅਸੀਂ ਇੱਕ ਡੈਮੋ ਦੇ ਰੂਪ ਵਿੱਚ ਇਹ ਸੇਵਾ ਦੀ ਆਰੰਭਤਾ ਕਰਵਾਈ ਹੈ, ਪੇਸ਼ੈਂਟਸ ਨੂੰ ਨਹੀਂ ਅਜੇ ਕਾਲ ਕੀਤਾ ਗਿਆ, ਪਰ ਇੱਕ ਜਿਹੜੇ ਵੀ ਆਪ ਜੀ ਦੇਖ ਰਹੇ ਹੋ ਉਹਨਾਂ ਦੇ ਵਾਸਤੇ ਇਹ ਜ਼ਰੂਰੀ ਕਿ ਇਸ ਢੰਗ ਦੇ ਨਾਲ ਇਹ ਸੇਵਾਵਾਂ ਇੱਥੇ ਜਾਰੀ ਰਹਿਣਗੀਆਂ। ਆਕਸੀਜਨ ਜਿਹੜਾ ਪਲਾਂਟ ਹੈ, ਕੌਨਸਨਟ੍ਰੇਟਰ ਤੇ ਇੱਥੋਂ ਸਾਰੀਆਂ ਸਪਲਾਈ ਜਿਹੜੀ ਹੈ ਜਾ ਰਹੀ ਹੈ। ਤੇ ਇਹ ਸਾਰੀ ਪੂਰੀ ਲਾਈਨ ਜਿਹੜੀ ਹੈ ਪਾਈਪ ਲਾਈਨ ਉਹ ਪਹਿਲਾਂ ਹੀ ਲੱਗੀ ਹੋਈ ਸੀ। ਸੋ ਉਸ ਢੰਗ ਦੇ ਨਾਲ ਇੱਥੋਂ ਜੋ ਹੈ ਇਹ ਮਰੀਜ਼ਾਂ ਦੇ ਵਾਸਤੇ ਬਹੁਤ ਲਾਹੇਵੰਦ ਸਿੱਧ ਹੋਏਗਾ। ਚਾਹੇ ਜਦੋਂ ਇਹ ਪਲਾਂਟ ਲੱਗਿਆ ਸੀ, ਜਦੋਂ ਪ੍ਰਬੰਧ ਕੀਤਾ ਗਿਆ ਸੀ, ਉਦੋਂ ਕੋਈ ਇਦਾਂ ਦਾ ਸਮਾਂ ਨਹੀਂ ਸੀ, ਪਰ ਫਿਰ ਵੀ ਮੈਂ ਸਮਝਦਾ ਕਿ ਅੱਜ ਇਹ ਚੀਜ਼ ਦੀ ਬਹੁਤ ਵੱਡੀ ਕੀਮਤ ਹੈ। ਸੋ ਇਹ ਸਾਰੇ ਹਾਂਜੀ ਬਿਲਕੁਲ ਇਹ ਸਾਰੇ ਇੱਥੇ ਪੂਰਾ ਹਾਂਜੀ ਉਹਨਾਂ ਵਾਸਤੇ ਹਾਂਜੀ ਟੈਸਟ ਕਰੇ, ਉਹਨਾਂ ਵਾਸਤੇ ਆ ਜਿਹੜੀ ਆਕਸੀਜਨ ਆਪਣੀ ਸੋ ਬਿਲਕੁਲ ਹਾਂਜੀ। ਸੋ ਹਰ ਚੀਜ਼ ਦਾ ਜਿਹੜਾ ਇੱਥੇ ਪ੍ਰਬੰਧ ਜਿਹੜਾ ਮੌਜੂਦ ਹੈ। ਸੋ ਇੱਥੋਂ ਆਕਸੀਜਨ ਜਿਹੜੀ ਹੈ ਹਾਂਜੀ ਇਹ ਸਿਗਨਲ ਦੇ ਰਿਹਾ ਵੀ ਪੂਰੀ ਆ ਜਿਹੜੀ ਕਪੈਸਿਟੀ ਇਸ ਵੇਲੇ। ਸੋ ਇਸ ਢੰਗ ਦੇ ਨਾਲ ਸਾਰਾ ਇੰਤਜ਼ਾਮ ਹੈ ਤੇ ਮਹਾਰਾਜ ਦੀ ਮਿਹਰ ਦੇ ਨਾਲ ਅਰਦਾਸ ਕਰਕੇ ਇਹਦੀ ਸੇਵਾ ਦੀ ਆਰੰਭਤਾ ਹੋ ਗਈ ਹੈ। ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਜੋ ਅਪਡੇਟ ਹੋਏਗਾ ਆਪਦੇ ਨਾਲ ਸਾਂਝਾ ਕੀਤਾ ਜਾਏਗਾ। ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਬਹੁਤ ਸਾਰੀਆਂ ਸੇਵਾਵਾਂ ਦੀ ਮਨੁੱਖਤਾ ਨੂੰ ਲੋੜ ਪੈ ਰਹੀ ਹੈ, ਜਿਨ੍ਹਾਂ ਵਿੱਚੋਂ ਕਿ ਸਭ ਤੋਂ ਅਹਿਮ ਇਸ ਵੇਲੇ ਲਾਈਫ ਸੇਵਿੰਗ ਜਿਹੜੀ ਹੈ ਉਹ ਆਕਸੀਜਨ ਸਿੱਧ ਹੋ ਰਹੀ ਹੈ, ਕਿਉਂਕਿ ਇਹਦੇ ਬਗੈਰ ਸਾਹ ਲੈਣਾ ਜਦੋਂ ਔਖਾ ਹੋ ਜਾਂਦਾ ਤਾਂ ਫਿਰ ਬਹੁਤ ਸਾਰਾ ਨੁਕਸਾਨ ਮਨੁੱਖਤਾ ਦਾ ਪਿਛਲੇ ਸਮੇਂ ਦੇ ਵਿੱਚ ਹੋਇਆ। ਖਾਸ ਤੌਰ ਤੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਮੌਤਾਂ ਜਿਹੜੀਆਂ ਹੋਈਆਂ। ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਹਸਪੀਟਲ ਬਾਬੇ ਜੌੜੇ ਰਾਏਪੁਰ ਸੂਰਪੁਰ ਅਸੀਂ ਅੱਜ ਪਹੁੰਚੇ ਹਾਂ, ਜਿੱਥੇ ਕਿ ਬਾਬਾ ਜੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਆਕਸੀਜਨ ਸੈਂਟਰ ਜਿਹੜਾ ਵਾ ਉਹ ਸੰਗਤਾਂ ਵਾਸਤੇ ਪ੍ਰੋਵਾਈਡ ਕੀਤਾ ਜਾ ਰਿਹਾ, ਜਿਹਦੇ ਵਿੱਚ ਕਿ ਸੰਗਤ ਏਡ ਯੂਕੇ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਅਤੇ ਸਾਊਥ ਹਾਲ ਤੋਂ ਸ਼੍ਰੀ ਗੁਰੂ ਰਵਿਦਾਸ ਯੂਕੇ ਸਭਾ ਜਿਹੜੀ ਹੈ ਉਹ ਵੀ ਇਸ ਨੇਕ ਕਾਰਜ ਦੇ ਵਿੱਚ ਸਹਿਯੋਗ ਕਰ ਰਹੀ ਹੈ। ਸੋ ਇਸ ਇਲਾਕੇ ਦੇ ਵਾਸਤੇ ਮੈਂ ਸਮਝਦਾ ਕਿ ਇਸ ਹਸਪੀਟਲ ਦੇ ਵਿੱਚ ਜਿਹੜਾ ਅੱਜ ਸਥਾਪਿਤ ਕੀਤਾ ਜਾ ਰਿਹਾ ਆਕਸੀਜਨ ਸੈਂਟਰ ਤੇ ਉਹ ਬਹੁਤ ਲਾਹੇਵੰਦ ਸਿੱਧ ਹੋਏਗਾ, ਕਿਉਂਕਿ ਘਰਾਂ ਦੇ ਵਿੱਚ ਆਈਸੋਲੇਸ਼ਨ ਜਾਂ ਆਕਸੀਜਨ ਦਾ ਪ੍ਰਬੰਧ ਉਹਨਾਂ ਨਹੀਂ ਹੋ ਪਾਉਂਦਾ। ਸੋ ਹੋਰ ਵਧੇਰੇ ਜਾਣਕਾਰੀ ਜਿੱਥੇ ਆਪਾਂ ਹਾਸਲ ਕਰਦੇ ਸਾਡੇ ਨਾਲ ਬਾਬਾ ਜੀ ਖੜੇ ਨੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਤੇ ਇੱਧਰ ਸਾਡੇ ਨਾਲ ਡਾਕਟਰ ਸਾਹਿਬ MD ਸਾਹਿਬ ਤੇ ਹੋਰ ਬਹੁਤ ਸਾਰੇ ਡਾਕਟਰ ਸਾਹਿਬ ਤੇ ਸੇਵਾਦਾਰ ਸਾਰੇ ਮੌਜੂਦ ਨੇ। ਸੋ ਸਭ ਤੋਂ ਪਹਿਲਾਂ ਬਾਬਾ ਜੀ ਅਸੀਂ ਆਪ ਜੀ ਪਾਸੋਂ ਥੋੜੀ ਜਿਹੀ ਜਾਣਕਾਰੀ ਇਸ ਵਕਤ ਲੈਣਾ ਚਾਹਾਂਗੇ ਜੀ। ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ, ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਵਿਦੇਸ਼ਾਂ ਵਿੱਚ ਬੈਠੇ NRI ਲੱਖਾਂ ਦੀ ਤਾਦਾਦ ਦੇ ਵਿੱਚ ਜੋ ਸਾਡੇ ਭਾਰਤ ਲਈ, ਸਾਡੇ ਪੰਜਾਬ ਲਈ ਫਿਕਰ ਕਰ ਰਹੇ ਆ। ਅਸੀਂ ਬਹੁਤ ਧੰਨਵਾਦੀ ਹਾਂ ਸੰਗਤ TV ਦਾ, ਜਿਨ੍ਹਾਂ ਨੇ ਸਾਡੀ ਆਵਾਜ਼ ਇਹਨਾਂ ਸੰਗਤਾਂ ਤੱਕ ਪਹੁੰਚਾਈ ਆ। ਔਰ ਦਿਨ ਦੇ ਵਿੱਚ ਕਈ ਜਿਹੜੇ ਨੌਜਵਾਨ ਆ ਉਹ ਬਿਮਾਰੀ ਦੇ ਕਰਕੇ ਜਾ ਰਹੇ ਆ, ਤੋ ਜਿਸ ਵੇਲੇ ਸੰਗਤ ਏਡ ਨੇ ਔਰ ਯੂਕੇ ਸਭਾ ਸਾਊਥ ਹਾਲ ਅਤੇ ਹੋਰ ਸਾਰੀਆਂ ਸਭਾਵਾਂ ਨੇ ਸਾਨੂੰ ਹੁਕਮ ਕੀਤਾ ਤਾਂ ਅਸੀਂ ਅੱਜ ਆਕਸੀਜਨ ਜੋ ਪਲਾਂਟ ਹੈ ਉਹ ਸ਼ੁਰੂ ਕਰ ਦਿੱਤਾ, ਕਿਉਂਕਿ ਸਾਡੇ ਪਹਿਲਾਂ ਹੀ ਤਿਆਰ ਸੀ ਆਕਸੀਜਨ ਬਣਾਉਣ ਵਾਸਤੇ। ਤਾਂ ਅਸੀਂ ਬਿਮਾਰੀ ਦੇ ਕਰਕੇ ਆ ਜਿਹੜੀ ਮਹਾਮਾਰੀ ਸੀ ਇਸ ਕਰਕੇ ਅਸੀਂ ਬੰਦ ਕਰ ਦਿੱਤਾ ਸੀਗਾ, ਤੇ ਉਹਨਾਂ ਦੀ ਕਿਰਪਾ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ, ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਫਿਰ ਸ਼ੁਰੂ ਕਰ ਦਿੱਤਾ ਗਿਆ। ਔਰ ਗੁਰੂ ਮਹਾਰਾਜ ਕਿਰਪਾ ਕਰਨਗੇ। ਇਹ ਜੋ ਪਹਿਲੀ ਸਟੇਜ ਆ ਉਹਦੇ ਲਈ ਅਸੀਂ ਬਹੁਤ ਯਤਨ ਕਰਕੇ ਔਰ ਬੜਾ ਮਿਹਨਤ ਕਰਕੇ ਸੰਗਤ TV ਔਰ ਸੰਗਤ ਏਡ ਦੁਆਰਾ ਜੋ ਸਾਨੂੰ ਸੇਵਾ ਦਿੱਤੀ ਗਈ ਆ, ਤੋ ਯੂਕੇ ਸਭਾ ਵੱਲੋਂ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਸਾਨੂੰ ਸੇਵਾ ਦਿੱਤੀ ਗਈ ਆ, ਤੇ ਉਹਦੇ ਲਈ ਅਸੀਂ ਬਹੁਤ ਧੰਨਵਾਦੀ ਆ। ਔਰ ਅਸੀਂ ਜਲਦੀ ਤੋਂ ਜਲਦੀ
ਇਹ ਸਾਡੇ ਆਪਣੇ ਡਾਕਟਰ ਸਾਹਿਬਾਂ ਦੀ ਟੀਮ ਜੋ ਤਿਆਰ ਆ, ਤਾਂ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਕਾਰਜ ਨੂੰ ਅੱਜ ਹੀ ਸ਼ੁਰੂ ਕੀਤਾ ਜਾਵੇ। ਤਾਂ ਅੱਜ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਅਸੀਂ ਸਾਰੇ ਹੀ ਇਲਾਕੇ ਦੇ ਸੱਜਣ ਔਰ ਸਾਡੇ ਜਿਤਨੇ ਵੀ ਸੁਸਾਇਟੀ ਦੇ ਮੈਂਬਰ ਸਾਹਿਬਾਨ ਹਨ, ਸਾਰਿਆਂ ਨੂੰ ਬੇਨਤੀ ਕੀਤੀ ਆ ਔਰ ਡਾਕਟਰਾਂ ਨੂੰ ਬੇਨਤੀ ਕਰਕੇ ਅਸੀਂ ਇਹ ਸਾਰਾ ਕਾਰਜ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਬਾਬਾ ਜੀ ਦਾ ਓਟ ਆਸਰਾ ਲੈ ਕੇ ਕੀਤਾ ਲੋੜੀਏ ਕੰਮ ਸਵਾਰ ਪੈ ਆਖੀਏ, ਕਾਰਜ ਦੇਹੋ ਸਵਾਰ ਸਤਿਗੁਰ ਸਸਾਖੀਏ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਏ, ਨਾਨਕ ਹਰਿ ਗੁਣ ਗਾਏ ਅਲਖ ਪ੍ਰਭ ਲਾਖੀਏ। ਅਸੀਂ ਓਟ ਆਸਰਾ ਲੈ ਕੇ ਮਹਾਰਾਜ ਦਾ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਾਂਗੇ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀ ਕਾ ਮਟਾਵੋ ਪ੍ਰਭ ਸੋਗ। ਅਸੀਂ ਡਾਕਟਰ ਸਾਹਿਬ, ਸਾਡੇ MD ਸਾਹਿਬ ਨੀਰੋ MD ਜੋ ਸਾਡੇ ਮਨਦੀਪ ਸੀ ਇੱਥੇ ਸੇਵਾ ਨਿਭਾ ਰਹੇ ਆ, ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਸੰਗਤ ਨੂੰ ਕਿਸ ਤਰ੍ਹਾਂ ਦਿਲਾਸਾ ਦੇਣਗੇ ਔਰ ਕਿਸ ਤਰ੍ਹਾਂ ਉਹ ਟ੍ਰੀਟਮੈਂਟ ਕਰਨਗੇ, ਇਹ ਉਹਨਾਂ ਨੂੰ ਬੇਨਤੀ ਕਰਾਂਗੇ। ਧੰਨਵਾਦ ਜੀ ਡਾਕਟਰ ਮਨਦੀਪ ਸਿੰਘ ਜੀ, ਥੋੜਾ ਜਿਹਾ ਤੁਸੀਂ ਵੀ ਜਾਣਕਾਰੀ ਦਿੰਦੇ ਕਿ ਇਸ ਸੈਂਟਰ ਦੇ ਵਿੱਚ ਕੀ ਕੀ ਸਹੂਲਤ ਮਿਲ ਸਕੇਗੀ। ਥੈਂਕ ਯੂ ਸੋ ਮਚ ਜੀ। ਸਭ ਤੋਂ ਪਹਿਲਾਂ ਮੈਂ ਬਾਬਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਨੇ ਇੰਨਾ ਵੱਡਾ ਉਪਰਾਲਾ ਕਰਕੇ ਤੇ ਸੰਗਤ ਵਾਸਤੇ ਆਕਸੀਜਨ ਦਾ ਇੰਤਜ਼ਾਮ ਕੀਤਾ ਹੈਗਾ। ਨਾਨ ਇਨਵੇਸਿਵ ਵੈਂਟੀਲੇਸ਼ਨ ਤੇ ਆਕਸੀਜਨ ਦਾ ਇੰਤਜ਼ਾਮ ਬਹੁਤ ਵੱਡੀ ਸੇਵਾ ਹੈਗੀ ਹੈ। ਤੇ ਮਰੀਜ਼ ਇਸ ਵੇਲੇ ਜਿਹੜੇ ਹੈ ਤੁਹਾਨੂੰ ਪਤਾ ਹੀ ਹੈ ਕਿ ਕਰੋਨਾ ਦੇ ਨਾਲ ਫੇਫੜਿਆਂ 'ਚ ਸੋਜ ਆ ਜਾਂਦੀ ਹੈਗੀ, ਆਕਸੀਜਨ ਦਾ ਇੱਕ ਸਰੀਰ ਦੇ ਵਿੱਚ ਕਮੀ ਹੋ ਜਾਂਦੀ ਹੈਗੀ। ਤੇ ਇੱਕ ਵਾਰ ਆਕਸੀਜਨ ਸਰੀਰ 'ਚ ਕਮ ਹੋਵੇ ਤੇ ਬਾਕੀ ਆਰਗਨ ਵੀ ਹੌਲੀ ਹੌਲੀ ਫੇਲ ਹੋਣੇ ਸ਼ੁਰੂ ਹੋ ਜਾਂਦੇ ਹੈਗੇ। ਉਹ ਸਾਰੀ ਸਿਚੁਏਸ਼ਨ ਨੂੰ ਰਿਵਰਸ ਕਰਨ ਲਈ ਬੇਸਿਕ ਟ੍ਰੀਟਮੈਂਟ ਜਿਹੜਾ ਹੈਗਾ ਉਹ ਆਕਸੀਜਨ ਹੀ ਹੈ, ਜਿਹੜਾ ਮੇਨ ਟ੍ਰੀਟਮੈਂਟ ਹੈਗਾ। ਉਹਦੀ ਸਪਲਾਈ ਵਾਸਤੇ ਇਹਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੈਗਾ। ਅੱਗੇ ਵੀ ਇਹ ਬਹੁਤ ਸੇਵਾ ਇੱਥੇ ਕਰਦੇ ਰਹੇ ਨੇ ਤੇ ਉਹੀ ਮੈਂ ਇਹਨਾਂ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ। ਤੇ ਮੈਂ ਮੇਰੀ ਸਾਰੀਆਂ ਵਿਸ਼ੇਸ ਤੇ ਐਫਰਟ ਸਾਰੀਆਂ ਇਹਦੇ ਸਕਸੈਸ ਵਾਸਤੇ ਹੈ। ਜੀ ਬਿਲਕੁਲ, ਇਹ ਜ਼ਿੰਦਗੀ ਆਪਾਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਸਾਹ ਲੈਣ ਵਾਸਤੇ ਆਕਸੀਜਨ ਜ਼ਰੂਰੀ ਹੁੰਦੀ ਹੈ ਜਾਂ ਆਕਸੀਜਨ ਦੇ ਨਾਲ ਅਸੀਂ ਸਾਹ ਲੈਂਦੇ, ਪਰ ਹੁਣ ਉਹਦੇ ਅਸਲੀ ਮਾਇਨੇ ਇਸ ਦੌਰ ਦੇ ਵਿੱਚ ਆ ਕੇ ਸਾਨੂੰ ਸਮਝ ਆਏ ਆ ਕਿ ਕਿੰਨੀ ਜ਼ਰੂਰੀ ਹੈ ਆਕਸੀਜਨ। ਸੋ ਭਾਈ ਸਾਹਿਬ, ਭਾਈ ਰਣਧੀਰ ਸਿੰਘ ਜੀ ਸਾਡੇ ਨਾਲ ਪਹੁੰਚੇ ਨੇ ਇੱਥੇ ਆਕਸੀਜਨ ਕਨਸੈਂਟਰੇਟਰ ਤੇ ਹੋਰ ਸਾਰੇ ਸਾਜੋ ਸਮਾਨ ਲੈ ਕੇ। ਸੋ ਭਾਈ ਸਾਹਿਬ ਜੀ, ਥੋੜਾ ਜਿਹਾ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਦੇ ਇਸ ਮੌਕੇ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਇਹ ਜੋ ਇਸ ਟਾਈਮ ਸਭ ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਕੋਵਿਡ ਦੇ ਨਾਲ ਹੋ ਰਹੀਆਂ, ਪਰ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਆਕਸੀਜਨ ਨਾ ਮਿਲਣ ਕਾਰਨ ਹੋਈਆਂ। ਸੋ ਜਿਸ ਤਰ੍ਹਾਂ ਪਹਿਲਾਂ ਵੀ ਸੰਗਤ ਏਡ UK ਵੱਲੋਂ ਮੁਕਤਸਰ ਸਾਹਿਬ ਸਰਕਾਰੀ ਹਸਪਤਾਲ ਮੋਗਾ ਵਿੱਚ ਅਤੇ ਤਰਨਤਾਰਨ ਸਾਹਿਬ ਵਿਖੇ ਅੰਮ੍ਰਿਤਸਰ ਸਾਹਿਬ ਗੁਰੂ ਨਾਨਕ ਹਸਪਤਾਲ, ਤੇ ਅਸੀਂ ਸੋਚਦੇ ਸੀ ਕਿ ਦੁਆਬੇ ਦੇ ਵਿੱਚ ਵੀ ਕੋਈ ਸੇਵਾ ਸਾਡੇ ਵੱਲੋਂ ਹੋ ਸਕੇ। ਜਦੋਂ ਬਾਬਾ ਜੀ ਨੇ ਇਹ ਉਪਰਾਲਾ ਕੀਤਾ ਕਿ ਅਸੀਂ ਇਹ ਸ਼ੁਰੂ ਕਰ ਰਹੇ ਹਾਂ, ਮੈਨੂੰ ਭਾਈ ਜੀਤ ਸਿੰਘ ਹੁਣਾਂ ਨੇ ਇਨਫੋਰਮੇਸ਼ਨ ਦਿੱਤੀ। ਸੋ ਮੈਨੂੰ ਬਹੁਤ ਖੁਸ਼ੀ ਹੋਈ ਕਿ ਜਿਹਦੇ ਜੇਬ ਵਿੱਚ 4 ਪੈਸੇ ਆ ਉਹ ਤਾਂ ਜਿਸ ਵੱਡੇ ਮਹਿੰਗੇ ਹਸਪਤਾਲਾਂ ਵਿੱਚ ਪਹੁੰਚ ਜਾਂਦੇ, ਉਹਨਾਂ ਨੂੰ ਆਕਸੀਜਨ ਵੀ ਮਿਲ ਜਾਂਦੀ, ਦਵਾਈਆਂ ਵੀ ਮਿਲ ਜਾਂਦੀਆਂ, ਪਰ ਜਿਹਦੀ ਜੇਬ ਦੇ ਵਿੱਚ 2-4 ਲੱਖ ਰੁਪਈਆ ਨਾ ਹੋਵੇ, 5 ਲੱਖ, ਤਾਂ ਉਹ ਕਿੱਥੇ ਜਾਏਗਾ। ਸੋ ਉਹਦੇ ਵਾਸਤੇ ਇਹ ਜੋ ਬਾਬਾ ਜੀ ਨੇ ਜੋ ਆਕਸੀਜਨ ਦਾ ਨਾਲ ਦਵਾਈਆਂ ਵੀ ਦੇਣਗੇ, ਇਕੱਲੀ ਆਕਸੀਜਨ ਹੀ ਨਹੀਂ ਦੇਣਗੇ, ਜਿਹੜੀਆਂ ਮੁੱਢਲੇ ਤੌਰ 'ਤੇ ਦਵਾਈਆਂ ਦੀ ਲੋੜ ਹੋਏਗੀ। ਹਾਂ ਠੀਕ ਹੈ, ਜਦੋਂ ਕੋਈ ਕ੍ਰਿਟੀਕਲ ਹੋ ਜਾਏਗਾ ਉਹਦੇ ਵਾਸਤੇ ਬਾਬਾ ਜੀ ਨਾਲ ਮੇਰੀ ਗੱਲ ਹੋਈ ਸੀ। ਉਹ ਬਾਬਾ ਜੀ ਨੇ ਜਲੰਧਰ ਦੇ ਵਿੱਚ ਕੁਛ ਹਸਪਤਾਲਾਂ ਦੇ ਨਾਲ, ਇਸ ਤਰ੍ਹਾਂ ਬਾਬਾ ਜੀ ਦੇ ਬਹੁਤ ਪ੍ਰੇਮ ਵਾਲੇ ਨੇ, ਜਨਤਾ ਹਸਪੀਟਲ ਵਾਲੇ, ਆਕਸਫੋਰਡ ਵਾਲੇ, ਹੋਰ ਵੀ ਬਾਬਾ ਜੀ ਦੇ ਨਾਲ ਪਿੰਮਸ ਵਾਲੇ, ਜਿਹੜੇ ਕਿ ਗੜਾ ਗੰਨਾ ਫਾਰਮ ਵਿੱਚ ਹਸਪਤਾਲ ਬਣਿਆ ਹੈ, ਬਹੁਤ ਸਭ ਤੋਂ ਵੱਡਾ ਹਸਪਤਾਲ ਜਲੰਧਰ ਵਿੱਚ ਹੈ। ਸੋ ਉਹਨਾਂ ਨਾਲ ਬਾਬਾ ਜੀ ਨੇ ਲਿੰਕ ਕੀਤਾ ਹੈ ਕਿ ਅਗਰ ਕੋਈ ਮਰੀਜ਼ ਸੀਰੀਅਸ ਹੋ ਜਾਂਦਾ ਤਾਂ ਉਹਨਾਂ ਨੂੰ ਉੱਥੇ ਪਹੁੰਚਾਇਆ ਜਾਵੇਗਾ ਜਲਦੀ ਤੋਂ ਜਲਦੀ। ਸੋ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹੜਾ ਕਿ ਪੇਂਡੂ ਖੇਤਰ ਦੇ ਵਿੱਚ ਹੈ, ਤੇ ਇਸ ਦਾ ਵੱਧ ਤੋਂ ਵੱਧ ਲਾਭ ਉਹਨਾਂ ਪ੍ਰਾਣੀਆਂ ਨੂੰ ਹੋਏਗਾ ਜਿਹਨੇ ਜੇਬ 'ਚੋਂ ਖਰਚਾ ਨਹੀਂ ਕਰ ਸਕਦੇ। ਸੋ ਮੈਂ ਸ੍ਰੀ ਗੁਰੂ ਰਵਿਦਾਸ ਸਭਾ UK ਸਾਊਥਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਉਤਸ਼ਾਹ ਦਿੱਤਾ ਕਿ ਬਾਬਾ ਜੀ ਤੁਸੀਂ ਇਹ ਸਾਰਾ ਕਾਰਜ ਸ਼ੁਰੂ ਕਰੋ। ਸੋ ਨਾਲ ਹੀ ਸੰਗਤ ਏਡ ਵੱਲੋਂ, ਅਤੇ ਮੇਨ ਤਾਂ ਕਿਉਂਕਿ ਇਹ ਸ਼ੁਰੂ ਕਰਨ ਦਾ ਤਾਂ ਮੈਂ ਤਾਂ ਭਾਈ ਗੁਰਪ੍ਰੀਤ ਸਿੰਘ ਸੋਚਦੇ ਸੀ ਕਿ GT ਰੋਡ 'ਤੇ ਆਪਣੇ ਫੈਕਟਰੀ ਵਿੱਚ ਸ਼ੁਰੂ ਕਰ ਲਈਏ, ਪਰ ਉਹ ਸੁਵਿਧਾ ਜਿਹੜਾ ਕਿ ਇੱਥੇ ਹਸਪਤਾਲ ਆਲਰੇਡੀ ਬਣਿਆ ਹੋਇਆ ਔਰ ਇਸ ਟਾਈਮ 'ਤੇ ਬਾਕੀ ਦੀਆਂ ਸੇਵਾਵਾਂ ਸਾਰੀਆਂ ਜਿਹੜੀਆਂ ਮੁਲਤਵੀ ਕੀਤੀਆਂ ਹੋਈਆਂ ਸੀ ਕੁਛ ਚਿਰ ਤੋਂ, ਕਿਉਂਕਿ ਰਿਸਕ ਬਹੁਤ ਸੀਗਾ, ਕਿਉਂਕਿ ਜੇ ਅਗਰ ਕੋਈ ਕੋਵਿਡ ਦਾ ਮਰੀਜ਼ ਆ ਜਾਵੇ ਤਾਂ ਦੂਸਰੇ ਆਏ ਹੋਏ ਮਰੀਜ਼ਾਂ ਨੂੰ ਉਸ ਤੋਂ ਲਾਗ ਲੱਗ ਸਕਦੀ ਸੀ। ਪਰ ਹੁਣ ਇਹ ਜੋ ਉਪਰਾਲਾ ਸਿਰਫ ਤੇ ਸਿਰਫ ਕੋਵਿਡ ਵਾਲੇ ਮਰੀਜ਼ਾਂ ਵਾਸਤੇ ਆਕਸੀਜਨ ਦਾ ਕੀਤਾ ਗਿਆ ਹੈ, ਤੇ ਮੁੱਢਲੀ ਜਿਸ ਨੂੰ ਮੁੱਢਲੀ ਸਹਾਇਤਾ ਕਹਿੰਦੇ ਨੇ, ਅਗਰ ਮੁੱਢ 'ਤੇ ਹੀ ਉਹਨਾਂ ਨੂੰ ਆਕਸੀਜਨ ਮਿਲ ਜਾਵੇ ਤਾਂ ਮਰੀਜ਼ ਨੂੰ ਬਹੁਤ ਮਦਦ ਮਿਲਦੀ ਹੈ। ਤਾਂ ਉਹ
ਬਿਮਾਰੀ ਜਿਹੜੀ ਹੈ ਉੱਤੇ ਕਾਬੂ ਪੈ ਜਾਂਦਾ। ਹਾਂਜੀ ਸੋ ਏਡ ਸੰਗਤ ਏਡ ਵੱਲੋਂ ਮਸ਼ੀਨ ਜਾਂ ਕੋਈ ਜਿਹੜੀ ਸਹੂਲਤ ਦਿੱਤੀ ਗਈ ਆ ਉਹ ਵੀ ਕਿਰਪਾ ਕਰਕੇ ਸੰਗਤ ਨੂੰ ਦੱਸ ਦਿੱਤਾ ਜਾਵੇ। ਤਾਂ ਸੰਗਤ ਹੀ ਹੈ ਜੀ। ਜਾਂ ਕੋਈ ਨਹੀਂ, ਤੁਸੀਂ ਜਦ ਸੰਗਤ ਨੂੰ ਦੱਸ ਦਿਓ, ਕਿਉਂਕਿ ਸੰਗਤ ਜਦ ਸਾਡੀ ਸੁਣੇਗੀ ਤੇ ਪਤਾ ਲੱਗੇਗਾ ਕਿ ਸੰਗਤ ਏਡ ਕੀ ਹੈ, ਕਿੱਥੇ ਕਿੱਥੇ ਜਾ ਕੇ ਮੱਲਾ ਮਾਰਦੀ ਆ। ਤੇ ਅਸੀਂ ਬੇਨਤੀ ਕਰਾਂਗੇ ਆਪ ਜੀ ਨੂੰ ਕਿ ਆਪ ਜੀ ਨੇ ਆਕਸੀਜਨ ਦੇ ਸਿਲੰਡਰ ਵੀ ਦਿੱਤੇ ਆ ਔਰ ਮਸ਼ੀਨਾਂ ਵੀ ਦਿੱਤੀਆਂ, ਉਹ ਵਿਸਥਾਰ ਥੋੜ੍ਹਾ ਜਿਹਾ ਕਰ ਦਿਓ ਕਿਰਪਾ ਕਰਕੇ ਜੀ। ਸੋ ਸੰਗਤ ਏਡ ਯੂਕੇ ਵੱਲੋਂ ਇੱਥੇ ਆਕਸੀਜਨ ਕਨਸੈਂਟਰੇਟਰ ਪ੍ਰੋਵਾਈਡ ਕੀਤੇ ਜਾ ਰਹੇ ਹਨ ਤੇ ਨਾਲ ਦੀ ਨਾਲ ਮੈਂ ਆਖਿਆ ਸੀ ਕਿ 20 ਸਿਲੰਡਰ ਵੀ ਜਿਹੜੇ ਡੀ ਟਾਈਪ ਨੇ ਵੱਡੇ ਉਹ, ਪਰ ਉਹ ਕੱਲ ਮੈਨੂੰ ਮਿਲ ਨਹੀਂ ਸਕੇ। ਅੱਜ ਸ਼ਾਮ ਦਾ ਉਹਨਾਂ ਵਾਅਦਾ ਕੀਤਾ ਕਿ ਦੇਣਗੇ। ਸੋ ਜਦੋਂ ਹੀ ਮੈਨੂੰ ਮਿਲ ਜਾਂਦੇ ਨੇ, ਬੜੀ ਮੁਸ਼ਕਲ ਨਾਲ ਮਿਲਦੇ ਨੇ, ਉਹ ਵੀ ਬਲੈਕ ਮਾਰਕੀਟ ਦੇ ਵਿੱਚੋਂ ਮਿਲਦੇ ਨੇ। ਸੋ ਕਈ ਵਾਰੀ ਉਹ ਵਾਅਦਾ ਕਰ ਲੈਂਦੇ ਪਰ ਉਹਦੇ ਤੇ ਉਹ ਡਿਲੀਵਰੀ ਨਹੀਂ ਦਿੰਦੇ। ਸੋ ਇਸ ਕਰਕੇ ਬਾਕੀ ਜੋ ਪੀਪੀ ਕਿੱਟਾਂ ਸਨ ਉਹ ਦਿੱਤੀਆਂ ਜਾ ਰਹੀਆਂ ਨੇ, ਆਕਸੀਮੀਟਰ ਦਿੱਤੇ ਜਾ ਰਹੇ ਨੇ, ਆਕਸੀਜਨ ਫਲੋ ਮੀਟਰ ਜਿਹੜੇ ਕਿ ਸਿਲੰਡਰ ਦੇ ਉੱਤੇ ਲੱਗਦੇ ਉਹ ਹੀ ਨਹੀਂ ਮਿਲਦੇ ਸੀ। ਬੜੀ ਮੁਸ਼ਕਲ ਦੇ ਨਾਲ ਸੰਗਤ ਵੱਲੋਂ ਕਲਕੱਤੇ ਤੋਂ 100 ਮੀਟਰ ਮੰਗਾਇਆ ਗਿਆ, ਜਿਹੜੇ ਕਿ 25 ਬਾਬਾ ਜੀ ਨੂੰ ਪ੍ਰੋਵਾਈਡ ਕਰਾਂਗੇ ਤੇ ਆਕਸੀਜਨ ਕਨਸੈਂਟਰੇਟਰ ਵੀ 10 ਦੇਵਾਂਗੇ, ਜਿਨ੍ਹਾਂ ਵਿੱਚੋਂ 5 ਅੱਜ ਅਸੀਂ ਲੈ ਕੇ ਆਏ ਹਾਂ। ਸੋ ਇਸ ਤਰ੍ਹਾਂ ਦੇ ਨਾਲ ਮਾਸਕ 'ਚ ਵੀ 5000 ਲੈ ਕੇ ਆਏ ਹਾਂ। ਹਾਂਜੀ, ਸੋ ਇਹ ਸਾਧ ਸੰਗਤ ਜੀ, ਤੁਹਾਡੇ ਜੋ ਤੁਸੀਂ ਇੱਥੇ ਸੰਗਤ ਟੀਵੀ ਤੇ ਸੇਵਾ ਦਿੰਦੇ ਹੋ, ਉਹ ਸੰਗਤ ਦੀ ਹੀ ਇਹ ਚੀਜ਼ਾਂ ਨੇ, ਇਹ ਸੰਗਤ ਏਡ ਦੀਆਂ ਨਹੀਂ ਹਨ। ਇਹ ਯੂਕੇ, ਯੂਰਪ, ਵਿਦੇਸ਼ਾਂ ਵਿੱਚ ਬੈਠੀ ਸੰਗਤ ਦੇ ਉਦਮ ਸਦਕਾ ਤੁਹਾਡੀ ਮਾਇਆ ਦੇ ਨਾਲ ਇਹ ਜੋ ਸਮਾਨ ਖਰੀਦਿਆ ਹੈ ਉਹ ਇੱਥੇ ਮੈਨੂੰ ਬੜੀ ਹੀ ਖੁਸ਼ੀ ਹੋਈ, ਕਿਉਂਕਿ ਮੈਂ ਜਲੰਧਰ ਹਸਪਤਾਲ ਵੀ ਲਿੰਕ ਕੀਤਾ ਸੀ। ਉਹ ਸਾਰੇ ਕਹਿ ਰਹੇ ਸਨ ਵੀ ਸਾਨੂੰ ਜੋ ਮਸ਼ੀਨਾਂ ਨੇ, ਹੋਰ ਸੰਸਥਾਵਾਂ ਜਿਸ ਤਰ੍ਹਾਂ ਕਿ ਮੈਂ ਅੰਗਰੇਜ਼ੀ ਨਹੀਂ ਕਰਾਂਗਾ, ਮੈਂ ਮੁਕਤਸਰ ਵੀ ਗਿਆ ਸੀ, ਮੋਗਾ ਵੀ ਗਿਆ, ਹੋਰ ਵੀ ਪਤਾ ਕੀਤਾ, ਜਿੱਥੇ ਜਿੱਥੇ ਅਸੀਂ ਦੇਖ ਕੇ ਆਏ ਉੱਥੇ ਖਾਲਸਾ ਏਡ ਵੱਲੋਂ ਵੀ ਮਸ਼ੀਨਾਂ ਪਹੁੰਚੀਆਂ ਨੇ ਤੇ ਹੋਰ ਵੀ ਕੁਝ ਸੰਸਥਾ ਵੱਲੋਂ, ਪੰਜਾਬ ਸਰਕਾਰ ਵੱਲੋਂ ਵੀ ਦਿੱਤੀਆਂ ਗਈਆਂ ਨੇ। ਪਰ ਮੈਨੂੰ ਬੜੀ ਹੀ ਹੈਰਾਨੀ ਹੁੰਦੀ ਆ ਕਿ ਸਾਡੇ ਪੰਜਾਬ ਦੇ ਜੇ 18-20 ਜ਼ਿਲ੍ਹੇ ਨੇ ਤੇ ਉਹਦੇ ਵਿੱਚੋਂ ਸਿਰਫ 5 ਹੀ ਡਿਸਟ੍ਰਿਕਟ ਨੇ ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ ਦਾ ਪ੍ਰਬੰਧ ਹੈ। ਬਾਕੀ ਦਿਆਂ ਨੂੰ ਵੈਂਟੀਲੇਟਰ ਗਏ ਪਰ ਉਹਨਾਂ ਦੇ ਕੋਲ ਸਟਾਫ ਹੀ ਨਹੀਂ ਯੂਜ਼ ਕਰਨ ਵਾਲਾ, ਨਾ ਉਹਨਾਂ ਕੋਲ ਉਨੀ ਆਕਸੀਜਨ ਦਾ ਪ੍ਰਬੰਧ ਹੈ, ਕਿਉਂਕਿ ਜਿਹੜਾ ਵੈਂਟੀਲੇਟਰ ਹੈ ਇੱਕ ਦਿਨ ਵਿੱਚ 20 ਸਿਲੰਡਰ, 20 ਤੋਂ 25 ਸਿਲੰਡਰ ਇੱਕ ਵੈਂਟੀਲੇਟਰ ਇੱਕ ਮਰੀਜ਼ ਤੇ ਖਾ ਜਾਂਦਾ ਹੈ। ਸੋ ਉਹਨਾਂ ਦੇ ਕੋਲ ਨਾ ਆਕਸੀਜਨ ਦਾ ਪ੍ਰਬੰਧ, ਉੱਥੇ ਵੈਂਟੀਲੇਟਰ ਭੇਜ ਦਿੱਤੇ, ਉਹ ਉਹਨਾਂ ਨੇ ਗਾਂ ਹੋਰ ਫਿਰ ਹਸਪਤਾਲਾਂ ਨੂੰ ਜਿੱਥੇ ਸੁਵਿਧਾ ਸੀ ਉੱਥੇ ਭੇਜ ਦਿੱਤੇ। ਸੋ ਇਹ ਬਹੁਤ ਹੀ ਸਾਡੇ ਇਸ ਯੁੱਗ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇੱਕ ਵੀ ਹਸਪਤਾਲ ਸਰਕਾਰੀ ਐਸਾ ਨਾ ਹੋਵੇ ਕਿ ਜਿੱਥੇ ਸੁਵਿਧਾ ਹੋਣ, ਇਹ ਬਹੁਤ ਹੀ ਸਰਕਾਰਾਂ ਵਾਸਤੇ ਇੱਕ ਸ਼ਰਮਿੰਦਗੀ ਦੀ ਗੱਲ ਹੈ, ਕਿਉਂਕਿ 1 ਸਾਲ ਪਹਿਲਾਂ ਤੋਂ ਇਹ ਬਿਮਾਰੀ ਆਈ ਹੋਵੇ। ਤੇ ਜਿੰਨਾ ਵੀ ਇਹ ਜੋ ਪ੍ਰਬੰਧ ਨੇ, ਇਹ ਸੰਸਥਾਵਾਂ ਨੇ, ਜਿਸ ਤਰ੍ਹਾਂ ਕਿ ਬਾਬਾ ਜੀ ਇੱਥੇ ਕਰ ਰਹੇ ਨੇ, ਇਸੇ ਤਰ੍ਹਾਂ ਤਰਨਤਾਰਨ ਹਸਪਤਾਲ ਜੋ ਸੁਪਰ ਸਪੈਸ਼ਲਿਟੀ ਗੁਰੂ ਨਾਨਕ ਤੇ ਬਣਿਆ ਹੈ, ਉਹਦੀ ਬਹੁਤ ਸੰਗਤਾਂ ਨੂੰ ਉਹਦਾ ਬਹੁਤ ਹੀ ਰਾਹਤ ਮਿਲੀ ਹੈ। ਤੇ ਇੱਕ ਟਾਈਮ ਦੇ ਉੱਤੇ 36 ਮਰੀਜ਼ ਉੱਥੇ ਕੋਵਿਡ ਦੇ ਦਾਖਲ ਸਨ, ਜਿਹੜੇ ਵਿੱਚੋਂ ਕਿ 10 ਕੁ ਬਹੁਤ ਸੀਰੀਅਸ ਸਨ, ਜਿਹੜੇ ਕਿ ਵੈਂਟੀਲੇਟਰ 'ਤੇ ਚੱਲ ਰਹੇ ਸੀ। ਤੇ ਮੇਰੇ ਦੇਖਦਿਆਂ ਤੇ ਤਕਰੀਬਨ ਸਰਦਾਰ ਗੁਰਮੇਲ ਸਿੰਘ ਮੱਲੀ ਸਾਊ ਸਾਲ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ, ਉਹਨਾਂ ਦੀ ਮਾਤਾ 90 ਸਾਲ ਦੀ ਸੀ, ਉਹ ਵੀ ਉਹ ਗਰਾਵਾਂ ਤੋਂ ਇੱਥੇ ਲੈ ਕੇ ਆਏ ਤੇ ਉਹ 10 ਦਿਨ ਬਾਅਦ ਠੀਕ ਹੋ ਕੇ ਘਰ ਗਏ। ਬਹੁਤ ਹੀ ਵੱਡੀ ਸਫਲਤਾ ਸੀ। ਸੋ ਇਹ ਜੋ ਮਹਾਂਪੁਰਸ਼ਾਂ ਵੱਲੋਂ, ਬਾਬਾ ਜੀ ਨਿਰਮਲ ਦਾਸ ਜੀ ਵੱਲੋਂ ਇਸ ਹਸਪਤਾਲ ਵਿੱਚ ਡੇਰਾ ਬੱਲਾਂ ਵਿਖੇ, ਰਾਏਪੁਰ ਰਸੂਲਪੁਰ ਵਿਖੇ ਜੋ ਇਹ ਇੰਤਜ਼ਾਮ ਕੀਤਾ ਹੈ, ਇਸ ਦਾ ਲਾਭ ਇਸ ਸਾਰੇ ਏਰੀਏ ਦੇ ਵਿੱਚ ਸੰਗਤਾਂ ਨੂੰ ਜੋ ਮਿਲੇਗਾ, ਇਹਦੇ ਬਾਬਾ ਜੀ ਬਹੁਤ ਧੰਨਤਾ ਦੇ ਪਾਤਰ ਹਨ। ਸੋ ਮਹਾਰਾਜ ਇਹਨਾਂ ਨੂੰ ਹੋਰ ਹਿੰਮਤ ਬਖਸ਼ਣ। ਇਹ ਸੰਗਤਾਂ ਦੀ ਸੇਵਾ, ਜਿਸ ਤਰ੍ਹਾਂ ਸਦਾ ਹੀ ਅੱਖਾਂ ਦੇ ਕੈਂਪ ਫ੍ਰੀ ਲਾਉਂਦੇ ਨੇ, ਇਸ ਹਸਪਤਾਲ ਦੇ ਵਿੱਚ ਮੈਨੂੰ ਅੱਜ ਹੀ ਸਾਡੇ ਰਿਸ਼ਤੇਦਾਰ ਇੱਕ ਬੱਚੀ ਨੇ ਦੱਸਿਆ ਕਿ ਮੈਂ ਦੰਦਾਂ ਦਾ ਇਲਾਜ ਵੀ ਇੱਥੇ ਕਰਾਇਆ ਕਰਦੀ ਸੀ। ਸੋ ਇਸ ਏਰੀਏ ਨੂੰ, ਇਸ ਹਸਪਤਾਲ ਦਾ ਬਹੁਤ ਲਾਭ ਹੈ। ਇਸ ਤਰ੍ਹਾਂ ਦੀਆਂ ਸੰਸਥਾਵਾਂ ਹਰ ਜਗ੍ਹਾ ਤੇ ਹੋਣੀਆਂ ਚਾਹੀਦੀਆਂ। ਜਿਸ ਤਰ੍ਹਾਂ ਸਕੂਲ ਬਣੇ ਨੇ, ਨਾਲ ਨਾਲ ਬਾਬਾ ਜੀ ਨੇ ਜੋ ਹਸਪਤਾਲ ਦਾ ਉਪਰਾਲਾ ਕੀਤਾ, ਇਸ ਦੀ ਹੁਣ ਸਾਨੂੰ ਮਹਿਸੂਸ ਹੋਈ ਆ ਵੀ ਕਦੀ ਵੀ ਕੋਈ ਇੱਦਾਂ ਦੀ ਆਫਤ ਆ ਜਾਵੇ ਤੇ ਇਹ ਜੇ ਹਸਪਤਾਲ ਨੇ, ਇਹ ਜ਼ਰੂਰ ਚਾਹੀਦੇ ਨੇ। ਗੁਰਦੁਆਰਿਆਂ ਦੇ ਨਾਲ ਨਾਲ ਹੋਰ ਇਹ ਹਸਪਤਾਲਾਂ ਦਾ ਵੀ ਨਾਲ ਕਾਰਜ ਹੈ ਤਾਂ ਬਹੁਤ ਔਖਾ, ਕਿਉਂਕਿ ਇਹ ਕਾਰਜ ਤਾਂ ਸਰਕਾਰਾਂ ਦਾ ਹੈ, ਪਰ ਸਾਡੀਆਂ ਸਰਕਾਰਾਂ ਦਾ ਜੋ ਹਾਲ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਮੈਂ ਬਾਲਾ ਜ਼ਿਆਦਾ ਨਾ ਕਵਾਂ ਤੇ ਫਿਰ ਕਵਾਂਗਾ ਇਹ ਬਾਕੀ ਇਹ ਜੋ ਟੀਮ ਡਾਕਟਰਾਂ ਦੀ ਆਈ ਹੈ, ਇਹਨਾਂ ਨੇ ਕਮਰ ਕੱਸਾ ਕੱਸਿਆ ਹੈ, ਬੀਬੀਆਂ ਨੇ ਕਮਰ ਕੱਸਾ ਕੱਸਿਆ ਹੈ, ਜਿਨ੍ਹਾਂ ਨੇ ਸੇਵਾ ਕਰਨੀ ਹੈ। ਮੇਨ ਸੇਵਾ ਇਹਨਾਂ ਦੀ ਹੋਣੀ ਹੈ। ਆਪਾਂ ਮਾਇਆ ਦੇ ਨਾਲ ਕੋਈ ਔਜ਼ਾਰ ਦੇ ਸਕਦੇ ਹਾਂ, ਮਸ਼ੀਨਾਂ ਲੈ ਕੇ ਦੇ ਸਕਦੇ ਹਾਂ, ਪਰ ਜਿਹੜੀ ਇਹਨਾਂ ਨੇ ਆਪਣੀ ਜਾਨ ਦੇ ਉੱਤੇ ਖੇਡ ਕੇ ਇਹ ਜੋ ਸੇਵਾ ਕਰਨੀ ਹੈ, ਸੋ ਇਹਨਾਂ ਨੂੰ ਮੇਰੇ ਵੱਲੋਂ ਤਾਂ ਮੈਂ ਤਾਂ ਨਮਸਕਾਰ ਕਰਾਂਗਾ ਇਹਨਾਂ ਸਾਰੇ ਸਟਾਫ ਨੂੰ, ਜਿਨ੍ਹਾਂ ਨੇ
ਇਹ ਬਾਬਾ ਜੀ ਦੇ ਬਚਨਾਂ ਦੇ ਉੱਤੇ ਫੁੱਲ ਚੜਾਉਂਦੇ ਹੋਇਆ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਅਸੀਂ ਇਹ ਸੇਵਾ ਕਰਨ ਨੂੰ ਤਿਆਰ ਹਾਂ। ਨਹੀਂ ਤਾਂ ਘਰ ਦੇ ਵੀ ਪਰੇ ਹਟ ਜਾਂਦੇ ਆ, ਰਿਸ਼ਤੇਦਾਰ ਪਰੇ ਹਟ ਜਾਂਦੇ ਆ। ਕਿੱਦਾਂ ਦੀ ਹਾਲਾਤ ਹੋ ਗਈ ਇਸ ਦੇਸ਼ ਦੇ ਵਿੱਚ। ਇੱਕ ਤਾਂ ਥੋੜੀ ਅਨਪੜ੍ਹਤਾ ਵੀ ਹੈ, ਬੇਸਮਝੀ ਵੀ ਹੈ ਕਿ ਆਪਣੇ ਕੰਧਿਆਂ ਦੇ ਉੱਤੇ ਲੈ ਕੇ ਜਾਂਦੇ ਨੇ। ਪਰ ਇਹ ਜੋ ਡਾਕਟਰ ਜਿਹੜੇ ਸੇਵਾ ਕਰਦੇ ਨੇ ਇਸ ਸਮੇਂ ਦੇ ਵਿੱਚ, ਇਹਨਾਂ ਦੇ ਉੱਤੇ ਮੈਂ ਤਾਂ ਕਹਾਂ ਅਕਾਲ ਪੁਰਖ ਇਹਨਾਂ ਨੂੰ ਹੋਰ ਹਿੰਮਤ ਬਖਸ਼ਣ, ਹੋਰ ਮਹਾਰਾਜ ਇਹਨਾਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਬਖਸ਼ਣ, ਜਿਨ੍ਹਾਂ ਨੇ ਸੇਵਾ ਦਾ ਹਿੰਮਤ ਕੀਤੀ ਹੈ ਕਿ ਅਸੀਂ ਇਹ ਸੇਵਾ ਨਿਭਾਵਾਂਗੇ। ਸੋ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੇ ਪੱਧਰ ਦੇ ਉੱਤੇ ਇਹ ਸੇਵਾਵਾਂ ਜਿਹੜੀਆਂ ਹੁਣ ਸ਼ੁਰੂ ਹੋ ਰਹੀਆਂ ਨੇ ਤੇ ਭਾਈ ਸਾਹਿਬ ਰਣਧੀਰ ਸਿੰਘ ਟਰਸਟੀ ਸੰਗਤ ਟਰਸਟ ਯੂਕੇ, ਇਸ ਟਰਸਟ ਦੇ ਅਧੀਨ ਹੀ ਇਹ ਸੰਗਤ ਏਡ ਯੂਕੇ ਸਾਰਾ ਕੰਮ ਕਰਦੀ ਹੈ। ਸੰਗਤ ਟੈਲੀਵਿਜ਼ਨ ਵੀ ਇਹਦਾ ਹੀ ਇੱਕ ਹਿੱਸਾ ਹੈ। ਸੋ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਸੋਹੋ ਰੋਡ ਵਾਲੇ, ਉਹ ਸਾਡੇ ਚੇਅਰਮੈਨ ਨੇ ਸੰਗਤ ਟਰਸਟ ਦੇ, ਤੇ ਉਹਨਾਂ ਦੀ ਰਹਿਨੁਮਾਈ ਹੇਠ ਇਹ ਸਾਰੇ ਫੈਸਲੇ ਜਿਹੜੇ ਲਏ ਜਾਂਦੇ ਨੇ ਪਰਉਪਕਾਰ ਦੇ। ਸੋ ਬਾਬਾ ਜੀ, ਕਿਉਂਕਿ ਹੋਰ ਵੀ ਬੜੀਆਂ ਸਾਰੀਆਂ ਗੱਲਾਂ ਮੈਨੂੰ ਲੱਗਦਾ ਕਿ ਅਜੇ ਤੁਹਾਡੇ ਰਾਹੀਂ ਸੰਗਤਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ। ਬੜਾ ਵੱਡਾ ਇੱਕ ਖਿਲਾ, ਜਿੱਦਾਂ ਹੁਣੇ ਭਾਈ ਸਾਹਿਬ ਨੇ ਗੱਲ ਕੀਤੀ ਕਿ ਇਹਨੇ ਸਾਡੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਇਸ ਮਹਾਂਮਾਰੀ ਦੇ ਦੂਜੇ ਦੌਰ ਨੇ, ਖਾਸ ਤੌਰ ਤੇ ਕਿ ਮਨੁੱਖੀ ਰਿਸ਼ਤਿਆਂ, ਕਦਰਾਂ ਕੀਮਤਾਂ ਦੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸਾਡੇ ਸਾਹਮਣੇ ਆ ਗਈਆਂ ਨੇ ਕਿ ਜਿਹੜੀਆਂ ਗੁਰਬਾਣੀ ਸਾਨੂੰ ਕਹਿੰਦੀ ਸੀ ਪਰ ਅਸੀਂ ਉਦੋਂ ਨਹੀਂ ਸੀ ਸਮਝਦੇ, ਹੁਣ ਸਾਨੂੰ ਸਮਝ ਆ ਰਹੀ ਹੈ। ਤੇ ਹੁਣ ਵੀ ਬੰਦਾ ਸਮਝ ਆਵੇ ਤਾਂ ਫਿਰ ਵੀ ਮਾਲਕ ਕਹਿੰਦਾ ਹੁੰਦਾ ਵੀ ਅੱਜ ਹੀ ਜਦੋਂ ਜਾਗੇ, ਜਦੋਂ ਅੱਖ ਖੁੱਲੇ ਉਦੋਂ ਸਵੇਰਾ, ਜਦੋਂ ਅੱਖ ਖੋਲੇ ਉਦੋਂ ਸਵੇਰਾ, ਜਦੋਂ ਅਕਲ ਆ ਜਾਵੇ ਉਸ ਵੇਲੇ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਣਾ ਚਾਹੀਦਾ। ਅਸੀਂ ਸੰਗਤਾਂ ਨੂੰ ਬੇਨਤੀ ਕਰਾਂਗੇ, ਇਹ ਪੰਜਾਬ ਦੇ ਵੀ ਬਿਮਾਰੀ ਨਹੀਂ ਹੈ, ਭਾਰਤ ਦੇ ਵਿੱਚ ਨਹੀਂ ਹੈ, ਸਾਰੇ ਵਰਲਡ ਦੇ ਵਿੱਚ ਆ। ਜਿੱਥੇ ਵੀ ਗੁਰਸਿੱਖ ਸੰਗਤਾਂ ਸੁਣਦੀਆਂ ਹੋਣ ਜਾਂ ਦੇਖਦੀਆਂ ਹੋਣ, ਉਹਨਾਂ ਨੂੰ ਇਹ ਬੇਨਤੀ ਆ ਕਿ ਚੌਪਈ ਦਾ ਜਾਪ, ਮੂਲ ਮੰਤਰ ਦਾ ਜਾਪ, ਸੁਖਮਨੀ ਸਾਹਿਬ ਜੀ ਦਾ ਜਾਪ, ਸਾਡੀਆਂ ਬੱਚੀਆਂ ਪਿੱਛੇ ਖੜੀਆਂ ਇਹ ਹਰ ਹਫ਼ਤੇ ਸੁਖਮਨੀ ਸਾਹਿਬ ਦਾ ਪਾਠ ਔਰ ਸਵੇਰੇ ਪ੍ਰਾਤः ਕਾਲ ਹਫ਼ਤੇ ਵਿੱਚ 3 ਵਾਰ ਇਹ ਸੁਖਮਨੀ ਸਾਹਿਬ ਦਾ ਜਾਪ ਕਰਦੀਆਂ ਔਰ ਇੱਕ ਦਿਨ ਆਪਣੇ ਬਾਬਾ ਜੀ ਦੇ ਸਥਾਨ 'ਤੇ ਕਰਦੀਆਂ। ਤਾਂ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ, ਤੁਸੀਂ ਇੱਥੇ ਹਸਪੀਟਲ 'ਚ ਵੀ ਜਾਪ ਸ਼ੁਰੂ ਕਰੋ ਤਾਂ ਕਿ ਜਿਹੜੇ ਮਰੀਜ਼ ਆਉਣ, ਜੋ ਆਵੇ ਸੋ ਰਾਜੀ ਜਾਵੇ, ਜੋ ਵੀ ਇੱਥੇ ਆਉਣ ਉਹ ਸਾਰੇ ਰਾਜੀ ਹੋ ਕੇ ਜਾਣ ਔਰ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ ਕਹਿੰਦੇ ਕਿ ਸੁਣੀ ਅਰਦਾਸ ਦਾਤਾਰ ਪ੍ਰਭ, ਜਿਸ ਵੇਲੇ ਅਸੀਂ ਅਰਦਾਸ ਕਰਦੇ ਤਾਂ ਸੁਣ ਲੈਂਦਾ, ਤੇ ਖਾਸ ਕਰਕੇ ਦੁਖੀਆਂ ਦੀ ਸੁਣ ਲੈਂਦਾ। ਆਪਾਂ ਦੁੱਖ ਦੇ ਵਿੱਚ ਆ ਸਾਰੇ, ਤੇ ਦੁੱਖ ਦੇ ਨਾਲ ਨਾਲ ਸਿਮਰਨ ਕਰੀਏ ਤੇ ਸਾਡੀ ਆਵਾਜ਼ ਬਹੁਤ ਬੁਲੰਦ ਹੋਏਗੀ। ਤੇ ਅਸੀਂ ਉਹਨਾਂ ਦਾਨੀ ਸੱਜਣਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਉਹ ਮਸ਼ੀਨਾਂ ਭੇਜੀਆਂ ਇੰਗਲੈਂਡ ਤੋਂ, ਖਾਸ ਕਰਕੇ ਆਈਆਂ 10 ਮਸ਼ੀਨਾਂ, ਜੋ 15 ਮਸ਼ੀਨਾਂ ਜੋ ਯੂਕੇ ਉੱਥੇ ਦੇ ਸਾਊਥ ਹਾਲ ਯੋਗਰਾਜ ਜੀ ਅਤੇ ਸਾਰੀ ਕਮੇਟੀ ਵੱਲੋਂ ਸਾਨੂੰ ਦਿੱਤੀਆਂ ਗਈਆਂ ਔਰ ਕੱਲ੍ਹ ਸ਼ਾਮ ਤੱਕ ਉਹ ਇੱਥੇ ਸਾਰੀ ਸੇਵਾ ਵਿੱਚ ਹਾਜ਼ਰ ਹੋ ਜਾਣਗੀਆਂ। ਅੱਜ ਦਿੱਲੀ ਤੋਂ ਚੱਲ ਪਈਆਂ, तो ਹੁਣ ਮਸ਼ੀਨਾਂ ਸਾਡੇ ਕੋਲ ਹੈਗੀਆਂ, ਸਾਨੂੰ ਦਰਸ਼ਨ ਕਰਾਵਾਂਗੇ ਮਸ਼ੀਨਾਂ ਕਿਸ ਤਰ੍ਹਾਂ ਦੀਆਂ ਹੈ, ਤੇ ਉਹ ਸਾਡੇ ਪਹੁੰਚ ਚੁੱਕੀਆਂ। ਸਾਡੇ ਬਹੁਤ ਹੀ ਪਿਆਰੇ ਰਣਧੀਰ ਸਿੰਘ ਜੀ ਜੋ ਯੂਕੇ ਦੇ ਵਿੱਚ ਬਹੁਤ ਵਿਸ਼ਾਲ ਸੇਵਾ ਨਿਭਾ ਰਹੇ ਆ ਔਰ ਵਿਸ਼ੇਸ਼ ਕਰਕੇ ਇਸ ਕਾਰਜ ਲਈ ਇੱਥੇ ਵੀ ਸ਼ਾਮਲ ਹੋਏ ਆ। ਇਹਨਾਂ ਸਾਰੇ ਪੰਜਾਬ ਦੇ ਵਿੱਚ ਮਸ਼ੀਨਾਂ ਦਿੱਤੀਆਂ, ਕੋਈ 200 ਦੇ ਕਰੀਬ ਮਸ਼ੀਨਾਂ ਉਹਨਾਂ ਲੋਕਾਂ ਨੂੰ ਪਹੁੰਚਾਈਆਂ, ਪਰ ਗੌਰਮੈਂਟਾਂ ਪਹਿਲਾਂ ਦੇ ਦੀਆਂ ਮਗਰੋਂ ਇਕੱਠੀਆਂ ਕਰ ਲੈਂਦੀਆਂ ਕਿ ਉੱਥੇ ਸਾਨੂੰ ਲੋੜ ਪੈ ਗਈ ਸਾਨੂੰ ਭੇਜੋ, ਪਰ ਜਿੱਥੇ ਭੇਜੀਆਂ ਜਾਂਦੀਆਂ ਉਹਨਾਂ ਨੂੰ ਥੋੜ੍ਹਾ ਸੁੱਖ ਥੋੜ੍ਹਾ ਮਿਲਦਾ ਉਹਨਾਂ ਨੂੰ। ਅਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਜਿੱਥੇ ਦੀ ਕੋਈ ਚੀਜ਼ ਕੋਈ ਦਾਨ ਕਰਦਾ ਉੱਥੇ ਹੀ ਰੱਖੀ ਜਾਵੇ, ਉਹਨਾਂ ਨੂੰ ਸਹੂਲਤ ਹੋਵੇ। ਅਤੇ ਹੁਣ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਸੰਗਤਾਂ ਦਾ ਜਿਨ੍ਹਾਂ ਨੇ ਆਪਣੀਆਂ ਕਿਰਤਕਵਾਈਆਂ ਸਫਲ ਕੀਤੀਆਂ। ਅਸੀਂ ਬੇਨਤੀ ਕਰਾਂਗੇ ਕਿ ਤੁਹਾਡੀ ਜੋ ਕੀਤੀ ਹੋਈ ਦਿੱਤੀ ਹੋਈ ਮਾਇਆ ਉਹ ਅੱਜ ਸਫਲ ਹੋ ਰਹੀ ਆ, ਕਿਉਂਕਿ ਗਰੀਬ ਜੋ ਹੈ ਸਾਡੇ ਬਾਬਾ ਜੀ ਕੀਰਤਨ ਕਰਦੇ ਹੁੰਦੇ ਸੀ, ਕਹਿੰਦੇ ਵੀ ਰੱਬਾ ਕੈਸੀ ਦਿੱਤੀ ਤਾਂ ਜ਼ਿੰਦਗੀ ਗਰੀਬ ਨੂੰ, ਮਾਰਦਾ ਏ ਧੱਕੇ ਸਾਰਾ ਬੇਨਸੀਬ ਨੂੰ। ਤੇ ਸਾਰੇ ਹੀ ਜਿਹੜੇ ਗਰੀਬ ਆ ਉਹਨਾਂ ਵਾਸਤੇ ਤਾਂ ਮੌਤ ਖੜੀ ਆ, ਤੇ ਜਿਹੜੇ ਅਮੀਰ ਆ ਮਾੜਾ ਮੋਟਾ ਇੱਧਰ ਉੱਧਰੋਂ ਬਚਾ ਕੇ ਤਾਂ ਆਪਣਾ ਪੈਸਾ ਖਰਚ ਕੇ ਬਚਾ ਲੈਂਦੇ ਆ। ਤਾਂ ਅਸੀਂ ਬਹੁਤ ਪਿਆਰ ਦੇ ਨਾਲ ਔਰ ਬੜੇ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਝੁਕ ਕੇ ਨਮਸਕਾਰ ਕਰਕੇ ਇਹ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਦਾਨੀ ਸੱਜਣਾਂ ਨੇ ਇਸ ਕਾਰਜ ਵਿੱਚ ਸਹਿਯੋਗ ਪਾਇਆ, ਆਪਣੀ ਮਾਇਆ ਸਫਲ ਕੀਤੀ ਆ। ਇਹ ਕਾਰਜ ਜੇ ਮੁੱਕ ਨਹੀਂ ਗਿਆ, ਇਹ ਨਾ ਕਹੋ ਹੁਣ ਅਸੀਂ ਦੇ ਦਿੱਤਾ ਤੇ ਖਰਿਆ ਪੂਰਾ ਹੋ ਗਿਆ। ਇਹ ਜਦੋਂ ਤੱਕ ਬਿਮਾਰੀ ਜਾਂਦੀ ਨਹੀਂ ਉਦੋਂ ਤੱਕ ਇਹ ਸਾਰਾ ਜਾਰੀ ਰਹੇਗਾ। ਉਸ ਤੋਂ ਬਾਅਦ ਸਾਡੇ ਅੱਖਾਂ ਦੇ ਜੋ ਕੈਂਪ ਚੱਲਦੇ ਆ ਦੂਸਰੇ ਸੰਗਤ ਏਡ ਵੱਲੋਂ, ਸੰਗਤ ਟੀਵੀ ਵੱਲੋਂ, ਤੇ ਉਹਨਾਂ ਨੂੰ ਜੋ ਮਾਇਆ ਦਿੰਦੇ ਉਹ ਵੀ ਤਿਆਰ ਰਹਿਣ, ਕਿਉਂਕਿ ਇੱਥੇ ਹੁਣ ਬਿਮਾਰੀ ਹੈ ਅੱਖਾਂ ਦੀ ਸ਼ੁਰੂ ਹੋ ਗਈ ਆ। ਹੁਣ ਬਲੈਕ ਜਿਹੜੀ ਸਾਨੂੰ ਬਹੁਤ ਪਤਾ ਲੱਗਦਾ ਕਿ ਲੋਕ ਅੰਨੇ ਹੁੰਦੇ ਜਾ ਰਹੇ ਆ, ਉਹਨਾਂ ਨੂੰ ਦਿਸ ਨਹੀਂ ਰਿਹਾ, ਐਸੀ ਬਿਮਾਰੀ ਆ ਰਹੀ ਆ। ਤੇ ਇਸ ਕਰਕੇ ਆਪਾਂ ਸਾਰੀ ਤਰ੍ਹਾਂ ਸਾਵਧਾਨ ਰਹਿਣਾ ਔਰ ਦਾਨੀ ਸੱਜਣ ਤਿਆਰ ਰਹਿਣ, ਤੇ ਆਪਾਂ ਉਹਨਾਂ ਲੋਕਾਂ ਦੀ ਮਦਦ ਕਰੀਏ ਜਿਹੜੇ ਵਿਚਾਰੇ ਆਪਣੇ ਇਹਨਾਂ ਬਿਮਾਰੀਆਂ ਕਰਕੇ ਗਰਸੇ ਆ। ਔਰ ਬਹੁਤ ਤੁਸੀਂ ਰੋਜ਼ ਦੇਖੋ ਮੀਡੀਆ ਵਿੱਚ ਕਿਸ ਤਰ੍ਹਾਂ ਕੀ ਹਾਲਾਤ ਹੋ ਰਹੇ ਗਰੀਬ ਦੇ। ਤਾਂ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ
ਔਰ ਬੇਨਤੀ ਕਰਦਾ ਜਿਨ੍ਹਾਂ ਨੇ ਸਾਨੂੰ ਐਡੀ ਵੱਡੀ ਬਹੁਤ ਸਾਨੂੰ ਉਮੀਦ ਨਹੀਂ ਸੀ ਕਿ ਸਾਨੂੰ ਇੰਨੀ ਦਾਨੀ ਸੱਜਣ ਔਰ ਇਹ ਸੰਗਤਾਂ ਜੋ ਜਥੇਬੰਦੀਆਂ ਜਿਤਨੀਆਂ ਵੀ ਹੈ ਸਾਨੂੰ ਹੌਸਲਾ ਦੇਣਗੀਆਂ। ਤੇ ਅੱਜ ਮਾਲਕ ਦੀ ਕਿਰਪਾ ਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਜਿਸ ਵੇਲੇ ਉਹ ਸੁਣਦੇ ਆ ਤੇ ਸਾਰਿਆਂ ਨੇ ਅਸੀਂ ਕੱਲ ਪਰਸੋਂ ਦੇ ਇਸੇ ਕੰਮ ਵਿੱਚ ਲੱਗੇ ਹੋਏ ਆ ਕਿ ਸਾਨੂੰ ਸਾਰੇ ਇੱਥੇ ਆ ਕੇ ਦੱਸਦੇ ਵੀ ਕਦੋਂ ਆਈਏ ਜੀ, ਕਦੋਂ ਆਈਏ। ਅਸੀਂ ਸਾਰਿਆਂ ਨੂੰ ਟਾਈਮ ਦੇ ਰਹੇ ਹਾਂ ਕਿ ਇੱਕ ਵਾਰੀ ਸਾਰੇ ਆ ਗਏ ਤਾਂ ਮੁਸ਼ਕਲ ਹੋ ਜਾਏਗਾ। ਅਸੀਂ ਉਹਨਾਂ ਨੂੰ ਟਾਈਮ ਦੇ ਰਹੇ ਹਾਂ, ਜਿੰਨਾ ਸਾਡੇ ਕੋਲ ਬੈੱਡ ਆ, ਕੋਈ 20 ਦੇ ਕਰੀਬ ਸਾਡੇ ਕੋਲ ਬੈੱਡ ਲੱਗੇ ਹੋਏ ਆ ਔਰ 20 ਦੂਸਰੇ ਮਸ਼ੀਨਾਂ ਵਾਸਤੇ ਆ ਔਰ 25-35 ਮਤਲਬ 45 ਦੇ ਕਰੀਬ ਸਾਡੇ ਕੋਲ ਇਸ ਵੇਲੇ ਅਰੇਂਜਮੈਂਟ ਹੈ। ਤੇ ਅਸੀਂ ਜਿੰਨਾ ਵੀ ਹੋ ਸਕੇ ਤੇ 45 ਤੋਂ 50 ਤੱਕ ਅਸੀਂ ਇੱਕ ਟਾਈਮ 'ਚ ਅਸੀਂ ਸਾਰੇ ਮਰੀਜ਼ਾਂ ਨੂੰ ਦਵਾਈ ਵਗੈਰਾ ਦੇ ਕੇ ਮਸ਼ੀਨਾਂ ਦੁਆਰਾ ਲਗਾ ਕੇ ਸਾਰਾ ਕੁਝ ਕਰਕੇ ਤੇ ਉਹਨਾਂ ਨੂੰ ਘਰ ਭੇਜ ਸਕਦੇ ਹਾਂ। ਤੇ 24 ਘੰਟੇ ਸਾਡੇ ਕੋਲ ਟੀਮ ਹਾਜ਼ਰ ਆ, ਇਹ ਬੱਚੇ ਹਾਜ਼ਰ ਆ, ਨੌਜਵਾਨ ਬੱਚੇ ਸਾਰੇ ਇਹ ਹਾਜ਼ਰ ਆ ਇਲਾਕੇ ਦੇ, ਤੇ ਭੈਣਾਂ ਹਾਜ਼ਰ ਆ। ਅਸੀਂ ਕਿਉਂਕਿ ਸਾਡੇ ਕੋਲ ਭੈਣਾਂ ਆਈਆਂ ਸੀ ਆਸ਼ਾ ਵਰਕਰ ਜਿਹਨਾਂ ਨੂੰ ਕਰੋਨਾ ਹੋ ਜਾਂਦਾ, ਉਹਨਾਂ ਨੂੰ ਕੋਈ ਚੁੱਕਦਾ ਨਹੀਂ, ਉਹਨਾਂ ਨੂੰ ਸੰਭਾਲਦਾ ਨਹੀਂ, ਤੇ ਭੈਣਾਂ ਆਪਣੀ ਜਾਨ ਤਲੀ ਤੇ ਰੱਖ ਕੇ ਉਹਨਾਂ ਮਰੀਜ਼ਾਂ ਨੂੰ ਹਿੱਕ ਦੇ ਨਾਲ ਆਪਣੇ ਸੀਨੇ ਨਾਲ ਲਾ ਕੇ ਲੈ ਕੇ ਜਾਂਦੀਆਂ। ਤੇ ਅਸੀਂ ਉਹਨਾਂ ਦਾ ਵੀ ਸਨਮਾਨ ਕੀਤਾ ਸੀ ਵੀ ਤੁਸੀਂ ਵੀ ਧੰਨ ਆ, ਤੁਸੀਂ ਦੇਵੀਆਂ ਆ, ਤੁਸੀਂ ਇਹਨਾਂ ਦੇ ਪ੍ਰਾਣ ਬਚਾਉਣ ਵਾਸਤੇ ਆਈਆਂ ਤੇ ਤੁਹਾਡੀ ਧੰਨ ਕਮਾਈ ਆ। ਅਸੀਂ ਉਹਨਾਂ ਦਾ ਥੋੜ੍ਹਾ ਬਹੁਤਾ ਸਨਮਾਨ ਕਰਕੇ ਉਹਨਾਂ ਨੂੰ ਨਮਸਕਾਰ ਕੀਤੀ ਕਿ ਤੁਹਾਡੇ ਜੀਵਨ ਜੋ ਹੈ ਬਹੁਤ ਕੀਮਤੀ ਆ, ਤੇ ਇਸ ਕਰਕੇ ਅਸੀਂ ਤੁਹਾਡਾ ਸਨਮਾਨ ਕਰਦੇ ਹਾਂ। ਤੇ ਉਹਨਾਂ ਵਿੱਚੋਂ ਵੀ ਭੈਣਾਂ ਸਾਡੇ ਕੋਲ ਆਈਆਂ ਆ ਤੇ ਅੱਜ ਉਹ ਸੇਵਾ ਵਿੱਚ ਹਾਜ਼ਰ ਆ ਕਿ ਅਸੀਂ ਵੀ ਇੱਥੇ 24 ਘੰਟੇ ਤੁਹਾਡੀ ਸੇਵਾ ਨਿਭਾਵਾਂਗੀਆਂ। ਤੋਂ ਸਾਰਿਆਂ ਦੇ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਉੱਥੇ ਸਾਰੇ ਸਟਾਫ ਦਾ, ਸਾਰੇ ਮਹਾਂਪੁਰਸ਼ਾਂ ਦਾ, ਸੰਤ ਬਾਬਾ ਜੀ ਜਗੀਰ ਸਿੰਘ ਜੀ, ਇਹ ਵੀ ਆਪਣੇ ਸਾਰੇ ਇਹਨਾਂ ਦੇ ਬੜਾ ਉਪਰਾਲਾ ਆ ਤੇ ਬੜੇ ਦੇਣ ਆ। ਸਾਰੇ ਸੰਗਤ ਇਹਨਾਂ ਦੇ ਨਾਲ ਜੁੜ ਕੇ ਜਿਤਨੇ ਵੀ ਜਿਹੜੇ ਸਾਰੇ ਇੱਥੇ ਲੈ ਕੇ ਆਏ ਆ, ਹਰਿਆਣੇ ਤੋਂ ਬੱਚੇ ਆਏ ਆ ਤੇ ਸਾਰੇ ਹੀ ਇੱਥੇ ਸੇਵਾ ਨਿਭਾ ਰਹੇ ਆ। ਸਾਰੇ ਪੰਜਾਬ ਭਰ ਤੋਂ ਨਹੀਂ, ਹਰਿਆਣੇ ਤੋਂ ਵੀ, ਬਾਹਰਲੀਆਂ ਪ੍ਰਾਂਤਾਂ ਤੋਂ ਵੀ ਆ ਕੇ ਸੇਵਾ ਨਿਭਾਉਂਦੇ ਆ। ਤੇ ਅਸੀਂ ਸਾਰੀਆਂ ਸੰਗਤਾਂ ਦਾ ਫਿਰ ਧੰਨਵਾਦ ਕਰਦੇ ਹੋਏ ਸੰਗਤ ਟੀਵੀ ਔਰ ਸੰਗਤ ਏਡ, ਸਾਡੇ ਆਪਣੇ ਮੀਡੀਆ ਜਨਤਕ ਟੀਵੀ, ਬਾਬੇ ਜੋੜੇ ਟੀਵੀ ਔਰ ਹੋਰ ਸਾਰੇ ਜਿਤਨੇ ਵੀ ਆਏ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤੇ ਕਮੈਂਟ ਬਾਬਾ ਜੀ ਸਾਡੇ ਕਾਰ ਸੇਵਾ ਵਾਲੇ, ਮਹਾਰਾਜ ਨਾਮ ਮੈਨੂੰ ਬਾਬਾ ਅਜੀਤ ਸਿੰਘ ਜੀ, ਆਪਣੇ ਗੁਰਚਰਨ ਕਮਲ ਸੁਖਚੈਨ ਸਾਹਿਬ ਫਗਵਾੜਾ ਤੋਂ ਬਾਬਾ ਜੀ ਵਿਸ਼ੇਸ਼ ਕਰਕੇ ਆਏ ਆ ਤੇ ਉਹ ਕਹਿੰਦੇ ਅਸੀਂ ਵੀ ਸੇਵਾ ਨਿਭਾਉਣੀ ਇੱਥੇ, ਇਹਨਾਂ ਦੀ ਅਸੀਂ ਸੇਵਾ 'ਚ ਹਾਜ਼ਰ ਰਹਿਣਾ, ਸਾਨੂੰ ਸੇਵਾ ਦੱਸੋ। ਤੇ ਉਹਨਾਂ ਦਾ ਆਸ਼ੀਰਵਾਦ ਹੀ ਬਹੁਤ ਆ, ਪਰ ਉਹ ਵੀ ਸਾਡੇ ਵਿੱਚ ਆਏ ਆ। ਤੇ ਭੈਣਾਂ ਆਰਕੀਟੈਕਟ ਉਹ ਵੀ ਹਾਜ਼ਰ ਆ ਸਾਡੇ ਸੇਵਾ ਵਿੱਚ, ਤੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਵੀ 2 ਸ਼ਬਦ ਸੰਗਤਾਂ ਤੱਕ ਪਹੁੰਚਾਉਣ। ਬਿਲਕੁਲ ਬਹੁਤ ਵੱਡੀ ਸੇਵਾ ਤੇ ਮੈਂ ਧੰਨ ਨੇ ਉਹ ਸਾਰੇ ਭੈਣਾਂ ਭਰਾ ਜਿੰਨੇ ਡਾਕਟਰ ਸਾਹਿਬ ਜਿਹੜੇ ਆਪਣੀ ਸੇਵਾ ਪੇਸ਼ ਕਰਦੇ ਪਏ। ਨਹੀਂ ਤੇ ਇਸ ਵੇਲੇ ਜਾਂ ਤਾਂ ਬਹੁਤ ਵੱਡੇ ਪੈਕੇਜਾਂ ਦੇ ਚੱਕਰ 'ਚ ਦੁਨੀਆ ਦੌੜੀ ਫਿਰਦੀ ਹੈ ਤੇ ਜਾਂ ਫਿਰ ਵੈਸੇ ਡਰ ਚੁੱਕੀ ਹੈ। ਸੋ ਭੈਣ ਜੀ ਸਾਡੇ ਨਾਲ ਸੁਦੇਸ਼ ਕੁਮਾਰੀ ਜੀ, ਭੈਣ ਜੀ ਕੀ ਇਸ ਵੇਲੇ ਤੁਸੀਂ ਕਹਿਣਾ ਚਾਹੋਗੇ ਜੋ ਇਹ ਸੇਵਾ ਸ਼ੁਰੂ ਹੋਈ? ਬਹੁਤ ਹੀ ਧੰਨਵਾਦ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਦਾ, ਜਿਨ੍ਹਾਂ ਨੇ ਆਪਣੇ ਗੁਰੂ ਦੇਵ ਮਹਾਰਾਜ ਸੰਤ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੋੜੇ ਜੀ ਵੱਲੋਂ ਬੜਾ ਖੂਬਸੂਰਤ 98 'ਚ ਤਿਆਰ ਕੀਤਾ ਸੀ। ਅੱਜ ਉਹ ਲਗਾਤਾਰ 2000 ਤੋਂ ਲੈ ਕੇ ਸੇਵਾਵਾਂ ਨਿਭਾ ਰਹੇ, ਜਿੱਥੇ ਅੱਖਾਂ ਦੇ 5 ਤੋਂ 6 ਕੈਂਪ ਲੱਗਦੇ ਨੇ ਸਾਲ ਦੇ, ਕਿਉਂਕਿ ਅੱਖਾਂ ਦਾ ਦਾਨ ਬਹੁਤ ਵੱਡਾ ਦਾਨ ਆ, ਜਿਹਦੇ ਨਾਲ ਸੰਗਤ ਹੇਠ ਬੜਾ ਸ਼ੁਰੂ ਤੋਂ ਜੁੜੇ ਹੋਏ ਨੇ ਸਰਦਾਰ ਰਣਜੀਤ ਸਿੰਘ ਜੀ USA ਤੋਂ, ਬਾਬਾ ਮਹਿੰਦਰ ਸਿੰਘ ਜੀ ਔਰ UK ਤੋਂ, ਔਰ ਸਰਦਾਰ ਸੁੱਚਾ ਸਿੰਘ ਜੀ ਬੇਗਲ, ਉਹਨਾਂ ਦੀ ਸਹਾਇਤਾ ਦੇ ਨਾਲ ਇਹ ਬਹੁਤ ਵੱਡਾ ਪਰਉਪਕਾਰ ਦਾ ਕੰਮ ਕੀਤਾ ਜਾ ਰਿਹਾ ਸੀ। ਔਰ ਹੁਣ COVID-19 ਚੱਲਦਾ ਸੀ, ਜਿਹਦੇ ਵਿੱਚ ਇਸ ਵਾਰੀ ਜੋ ਹੁਣ ਲੋਕਡਾਊਨ ਹੋਇਆ, ਇਹ ਸਭ ਤੋਂ ਜ਼ਿਆਦਾ ਜਿਹੜੀਆਂ ਡੈਥਸ ਹੋਈਆਂ ਡਿਊ ਟੂ ਦੀ ਡੈਫੀਸ਼ੀਐਂਸੀ ਆਫ ਆਕਸੀਜਨ ਦੀ ਘਾਟ ਦੇ ਨਾਲ ਜ਼ਿਆਦਾ ਮੌਤਾਂ ਹੋਈਆਂ ਨੇ। ਜਿਹਨੂੰ ਦੇਖਦਿਆਂ ਮੀਟਿੰਗ ਕਰਕੇ ਬਾਬਾ ਜੀ ਨੇ ਬੜਾ ਵੱਡਾ ਇੱਕ ਸੋਚ, ਇੱਕ ਉਪਰਾਲਾ ਕੀਤਾ ਕਿ ਆਪਾਂ ਕਿਉਂ ਨਾ ਆਕਸੀਜਨ ਪਲਾਂਟ, ਸਾਡੇ ਕੋਲ ਲੱਗਾ ਹੀ ਸੀ ਆਲਰੇਡੀ ਬਹੁਤ ਵੱਡਾ ਪਲਾਂਟ ਹਸਪੀਟਲ ਵਿੱਚ, ਉਹਨੂੰ ਰੀਸਟਾਰਟ ਹੀ ਕਰਨਾ ਸੀ। ਤਾਂ ਬਾਬਾ ਜੀ ਨੇ ਮੀਟਿੰਗ ਕੀਤੀ, ਡਾਕਟਰਸ ਨਾਲ ਮੀਟਿੰਗ ਕੀਤੀ, ਡਾਕਟਰ ਆਪਣੀ ਟਰਸਟ ਨਾਲ, ਸੁਸਾਇਟੀ ਨਾਲ ਮੀਟਿੰਗ ਕੀਤੀ, ਤਾਂ ਸਾਰਿਆਂ ਨੇ ਬੜਾ ਵੱਡਾ ਪੋਜ਼ਿਟਿਵ ਰਿਸਪੌਂਸ ਦਿੱਤਾ। ਔਰ ਜਿਸ ਤਰ੍ਹਾਂ ਹੀ ਉਸ ਤਰ੍ਹਾਂ ਸਾਊਥ ਵਾਲੀ UK ਸਭਾ, ਸ਼੍ਰੀ ਗੁਰਦਾਸ UK ਸਭਾ, ਉਹਨਾਂ ਨੇ ਫੋਨ ਕੀਤਾ ਕਿ ਬਾਬਾ ਜੀ ਤੁਸੀਂ ਕਰੋ, ਅਸੀਂ ਤੁਹਾਡੇ ਨਾਲ ਆ। ਤੇ ਸਰਦਾਰ ਜੀਤ ਸਿੰਘ ਜੀ ਨਾਲ ਗੱਲ ਹੋਈ ਸੰਗਤ ਏਡਲ, ਉਹ ਵੀ ਕਹਿੰਦੇ ਸੀ ਬਾਬਾ ਜੀ ਤੁਹਾਨੂੰ ਪੂਰੀ ਹੈਲਪ ਕਰਾਂਗੇ, ਤੁਸੀਂ ਸਟਾਰਟ ਕਰੋ। ਤਾਂ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਆਕਸੀਜਨ ਦੀ ਘਾਟ ਦੇ ਨਾਲ ਜਦੋਂ ਕਿਸੇ ਦੀ ਮੌਤ ਹੁੰਦੀ ਤੇ ਦੇਖਿਆ ਨਹੀਂ ਜਾਂਦਾ। ਤੜਫਦੇ ਲੋਕਾਂ ਨੂੰ ਜਦੋਂ ਸਾਡੇ ਸਾਹਮਣੇ, ਅਸੀਂ ਅੱਖਾਂ ਦੇ ਸਾਹਮਣੇ ਦੇਖਿਆ, ਸਾਡੇ ਬਹੁਤ ਹੀ ਸਤਿਕਾਰ ਡਾਕਟਰ RL ਗੁਪਤਾ ਜੀ, ਜਿਹੜੇ 2000 ਤੋਂ ਲੈ ਕੇ ਇੱਥੇ ਅੱਖਾਂ ਦੇ ਕੈਂਪ ਲਾਉਂਦੇ ਸਨ, ਉਹਨਾਂ ਦੀ ਵੀ ਜਿਹੜੀ ਡੈਥ ਇਸੇ ਕਰਕੇ ਹੋਈ ਕਿ ਉਹਨਾਂ ਨੂੰ ਆਕਸੀਜਨ ਦੀ ਡੈਫੀਸ਼ੀਐਂਸੀ ਹੋ ਗਈ ਔਰ ਬੜਾ ਦੁੱਖ ਲੱਗਿਆ। ਤਾਂ ਉਸ ਦਿਨ ਤੋਂ ਬਾਬਾ ਜੀ ਨੇ ਫਿਰ ਉਪਰਾਲਾ ਇਹ ਕੀਤਾ। ਤਾਂ ਅੱਜ ਜੋ ਕੌਨਸਨਟ੍ਰੇਟਰ ਮਸ਼ੀਨਾਂ ਆ,
ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲੈ ਕੇ ਆਏ ਨੇ, ਔਰ ਦਿੱਲੀ ਤੋਂ ਵੀ ਆ ਰਹੀਆਂ ਨੇ, 15 ਮਸ਼ੀਨਾਂ ਆ ਰਹੀਆਂ ਨੇ, ਚੱਲ ਪਈਆਂ ਨੇ। ਯੂਕੇ ਤੋਂ ਉਹਨਾਂ ਨੇ ਭੇਜੀਆਂ ਤੇ ਦਿੱਲੀ ਪਹੁੰਚੇ ਤੇ ਦਿੱਲੀੋਂ ਹੁਣ ਇੱਥੇ ਵਾਸਤੇ ਚੱਲ ਪਈਆਂ ਨੇ, ਉਹ ਵੀ ਸ਼ਾਮ ਤੱਕ ਪਹੁੰਚ ਜਾਣਗੀਆਂ। ਤਾਂ 25 ਸਿਲੰਡਰ ਆਪਣੇ ਨੇ, ਆਕਸੀਜਨ ਪਲਾਂਟ ਦਾ ਕਨਸੈਂਟਰੇਟਰ ਵੱਡਾ ਆਪਣੇ ਕੋਲ ਲੱਗਾ ਹੋਇਆ ਜਿਹੜਾ ਆਕਸੀਜਨ ਤਿਆਰ ਕਰਦਾ ਆ। ਤਾਂ ਇਹ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਜਿਹੜੀ ਆਕਸੀਜਨ ਦੀ ਘਾਟ ਦੇ ਨਾਲ ਕਿਸੇ ਦੀ ਜਾਨ ਜਾ ਰਹੀ ਹੈ ਤਾਂ ਉਹ ਦੇਖੀ ਨਹੀਂ ਜਾਂਦੀ। ਤਾਂ ਮੈਂ ਸਮਝਦੀ ਹਾਂ ਇਹ ਬਹੁਤ ਵੱਡਾ ਏਰੀਆ ਦੀ ਸੰਗਤਾਂ ਨੂੰ ਇਹਦਾ ਲਾਭ ਉਠਾਉਣਾ ਚਾਹੀਦਾ ਹੈ। ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮਨਦੀਪ ਸਿੰਘ ਜੀ MD ਨੇ, ਡਾਕਟਰ ਬਲਦੇਵ ਰਾਜ ਜੀ, ਡਾਕਟਰ ਦਰਸ਼ਨ ਸਿੰਘ ਜੀ, ਡਾਕਟਰ ਮਨਜੀਤ ਜੀ ਔਰ ਪੂਰਾ ਸਟਾਫ ਸਾਡੇ ਸਤਿਕਾਰਯੋਗ ਕਰਮਪਾਲ ਢਿੱਲੋਂ ਜੀ, ਬਸੰਤ ਜਗੀਰ ਸਿੰਘ ਜੀ, ਸੰਤ ਸ਼੍ਰੀ ਲਾ ਜੀ ਮਹਾਰਾਜ ਔਰ ਬਾਬਾ ਜੀ ਜੀ ਸਿੰਘ ਜੀ ਸੁਖਚੈਨ ਚੰਦ ਗੁਰਦੁਆਰਾ ਸਾਹਿਬ ਤੋਂ ਕਹਿੰਦੇ ਮੈਂ ਪੂਰੀ ਸੇਵਾ ਕਰਨੀ ਇੱਥੇ ਰਹਿਣਾ। ਤਾਂ ਸਰਪੰਚ ਸਾਹਿਬ ਨੇ ਆਪਣੇ ਵਿਜੇ ਨੰਗਲ ਜੀ ਨੰਗਲ ਤੋਂ ਇਹ ਵੀ ਕਹਿੰਦੇ ਅਸੀਂ ਇੱਥੇ ਬਾਬਾ ਜੀ ਸੇਵਾ 'ਚ ਰਹਿਣਾ। ਤਾਂ ਤੁਸੀਂ ਦੇਖਿਆ ਬਾਬੇ ਤੋਂ ਪੁੱਛਿਆ, ਹਰਿਆਣੇ ਤੋਂ ਵੀ ਸੰਗਤ ਆਈ ਆ, ਕਿਉਂਕਿ ਜਿਹੜੀ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਆ। ਕਿਉਂ ਇਹ ਜਿਹੜਾ ਸੇਵਾ ਕਰਕੇ ਤੁਹਾਨੂੰ ਸਕੂਨ ਮਿਲਦਾ ਤੇ ਉਹ ਕਿਸੇ ਕੰਮ 'ਚ ਵੀ ਨਹੀਂ ਮਿਲਦਾ। ਤਾਂ ਸਾਰੀਆਂ ਸੰਗਤਾਂ ਇਸ ਟਾਈਮ ਤਤਪਰ ਨੇ। ਤਾਂ ਮੈਂ ਭਾਈ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਇੱਥੇ ਪਹੁੰਚੇ ਨੇ। ਤੇ ਔਰ ਇਹ ਗੱਲ ਜਿਹੜੀ ਸੰਗਤ ਤੱਕ ਜਾਏਗੀ, ਜਿਹਨੂੰ ਫਾਇਦਾ ਲੈਣ ਦੀ ਜ਼ਰੂਰਤ ਹੈ, ਜਿਹਨੂੰ ਆਕਸੀਜਨ ਦੀ ਕਮੀ ਹੈ ਉਹ ਆਪਣੀ ਆਕਸੀਜਨ ਇੱਥੇ ਆ ਕੇ ਵੀ ਲਵਾ ਸਕਦਾ ਤੇ ਕਿਸੇ ਨੂੰ ਕਨਸੈਂਟਰੇਟਰ ਮਸ਼ੀਨ ਘਰ ਚਾਹੀਦੀ ਆ ਤਾਂ ਬਾਬਾ ਜੀ ਨੇ ਵੀ ਉਪਰਾਲਾ ਕੀਤਾ ਕਿ ਉਹ ਘਰ ਵੀ ਲਿਜਾ ਸਕਦੇ ਨੇ। ਜਦੋਂ ਉਹਨਾਂ ਦੀ ਆਕਸੀਜਨ ਪੂਰੀ ਹੋ ਜਾਏ ਤਾਂ ਉਹ ਮਸ਼ੀਨ ਸਾਨੂੰ ਵਾਪਸ ਕਰਨਗੇ, ਕਿਸੇ ਹੋਰ ਦੀ ਜਾਨ ਬਚ ਜਾਏਗੀ। ਤਾਂ ਮੈਂ ਬਹੁਤ ਬਾਬਾ ਜੀ ਨੂੰ ਕੋਟਨ ਪ੍ਰਣਾਮ ਕਰਦੀ ਹਾਂ। ਔਰ ਸੰਗਤ TV, ਜਨਤਕ TV, ਬਾਬੇ ਜੋੜੇ TV ਔਰ ਏਕਤਾ TV ਸਾਰੇ ਪਹੁੰਚੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤਾਂ ਜੋ ਬਾਬਾ ਜੀ ਇਹ ਵੀ ਬਹੁਤ ਸਤਿਕਾਰਯੋਗ ਬਾਬਾ ਜੀ ਹੈ, ਕਿਉਂਕਿ ਬੜੀ ਵੱਡੀ ਸੇਵਾ ਕਰਦੇ ਨੇ, ਨਿਸ਼ਕਾਮ ਸੇਵਾ। ਤਾਂ ਬਾਬਾ ਜੀ ਨਾਲ ਜੁੜ ਕੇ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਹੀ ਜਿੱਦਾਂ ਤੁਸੀਂ ਸੇਵਾ ਕਰੋਗੇ ਨਾਲ ਕਰਨੀ ਆ। ਸੋ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਓ ਸਾਰੇ ਰਲ ਕੇ ਆਪਾਂ ਜੋ ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਤਾਂ ਇਹਦਾ ਉਪਰਾਲੇ ਦਾ ਆਪਾਂ ਫਾਇਦਾ ਉਠਾਈਏ ਤਾਂ ਜੋ ਕਿਸੇ ਦੀ ਜਿਹੜੀ ਹੈ ਜਾਨ ਬਚ ਸਕੇ। ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇਹ ਸੇਵਾਵਾਂ ਜਿਹੜੀਆਂ ਨੇ ਬੜੇ ਵਧੀਆ ਢੰਗ ਦੇ ਨਾਲ ਇਸ ਦੀ ਸ਼ੁਰੂਆਤ ਹੋ ਰਹੀ ਹੈ। ਹਾਂਜੀ ਸਰਪੰਚ ਸਾਹਿਬ ਸਾਡੇ ਨਾਲ ਇਹ ਖੜੇ ਨੇ, 2 ਲਫ਼ਜ਼ ਦੇ ਨਾਲ ਸਵਾਗਤ ਕਰਦੇ। ऐसा चाहूँ राज में जहाँ मिले सबन को अन्न, ਛੋਟ ਬੜੇ ਸਭ ਸੰ ਵਸੈ ਰਵਿਦਾਸ ਰਹੇ ਪ੍ਰਸੰਨ। ਉਹਨਾਂ ਮਹਾਂਪੁਰਸ਼ਾਂ ਦੀ ਦੇਣ ਧੰਨ ਧੰਨ ਸੰਤ ਬਾਬਾ ਨਿਰਮਲ ਦਾਸ ਜੀ, ਬਾਬੇ ਜੋੜੇ ਰਾਏਪੁਰ ਸੂਲਪੁਰ ਵੱਲੋਂ ਜੋ ਅੱਜ ਉਪਰਾਲਾ ਕੀਤਾ ਗਿਆ ਆ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਸਾਰੇ ਮੀਡੀਆ ਦਾ, ਸਾਰੇ UK ਦੇਸ਼ ਵਿਦੇਸ਼ ਸੰਗਤਾਂ, ਡਾਕਟਰ ਸਾਹਿਬ ਔਰ ਜਿੰਨੇ ਵੀ ਮੇਰੀਆਂ ਬੀਬੀਆਂ ਭੈਣਾਂ ਆਸ਼ਾ ਵਰਕਰ ਨੇ ਔਰ ਸਾਡੇ ਸਰਦਾਰ ਸਾਹਿਬ ਨੇ, ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਇਹ ਇੱਕ ਬਹੁਤ ਵੱਡਾ ਉਪਰਾਲਾ ਆ ਜੋ ਸੰਤ ਮਹਾਂਪੁਰਸ਼ ਕਰ ਰਹੇ ਨੇ। ਜਿਵੇਂ ਅਸੀਂ ਆਮ ਸੋਸ਼ਲ ਮੀਡੀਆ ਤੇ ਜਾਂ ਅਖਬਾਰਾਂ, ਟੈਲੀਵਿਜ਼ਨ ਚੈਨਲਾਂ ਤੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ COVID-19 ਦੇ ਵਿੱਚ ਆਕਸੀਜਨ ਨਾ ਮਿਲਣ ਕਰਕੇ ਜੋ ਪੇਸ਼ੈਂਟ ਆ ਉਹ ਦਿਨੋਂ ਰਾਤ ਮਰ ਰਹੇ ਆ, ਉਹਨਾਂ ਦੀ ਜੋ ਸੇਵਾ ਨੂੰ ਮੁੱਖ ਰੱਖਦਿਆਂ ਹੋਇਆ ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਦੇਸ਼ ਵਿਦੇਸ਼ ਸੰਗਤਾਂ ਦੇ ਨਾਲ। ਇਹ ਬਹੁਤ ਇੱਥੇ ਅੱਜ ਲੋੜ ਸੀਗੀ ਇਸ ਚੀਜ਼ ਦੀ। ਸੋ ਬਾਬਾ ਜੀ ਪਹਿਲਾਂ ਵੀ ਨਿਰੰਤਰ ਸੇਵਾ ਕਰਦੇ ਨੇ, ਜਿਸ ਤਰ੍ਹਾਂ ਭੈਣ ਜੀ ਹੁਣੀ ਦੱਸਿਆ ਕਿ 5 ਤੋਂ 6 ਸਾਲ ਦੇ ਕੈਂਪ ਲੱਗ ਰਹੇ ਅੱਖਾਂ ਦੇ, ਇਹ ਵੀ ਬਹੁਤ ਵੱਡਾ ਉਪਰਾਲਾ ਆ। ਮੈਨੂੰ ਯਾਦ ਹੈ COVID-19 ਦੇ ਵਿੱਚ ਜਦੋਂ ਦੁਨੀਆ ਤਰਾਹ ਕਰ ਰਹੀ ਸੀ, ਰਾਸ਼ਨ ਨਹੀਂ ਮਿਲ ਰਿਹਾ ਸੀ, ਬਾਬਾ ਜੀ ਮੇਰੇ ਪਿੰਡ ਵੀ ਨੰਗਲ ਸਲੇਮਪੁਰ ਆਏ ਆ ਔਰ ਇਹਨਾਂ ਨੇ ਬਹੁਤ ਜ਼ਿਆਦਾ ਰਾਸ਼ਨ ਵੰਡੇ, ਇਕੱਲੇ ਮੇਰੇ ਪਿੰਡ ਨਹੀਂ ਹੋਰ ਵੀ ਜਿੰਨੇ ਵੀ ਪਿੰਡ ਉਹਨਾਂ ਦੇ ਵਿੱਚ ਵੀ। ਔਰ ਬਾਬਾ ਜੀ ਹੋਰ ਵੀ ਬਹੁਤ ਵੱਡੀਆਂ ਸੇਵਾਵਾਂ ਕਰ ਰਹੇ ਨੇ। ਸੋ ਮੈਂ ਸਾਰੀ ਸੰਗਤ ਦਾ, ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਔਰ ਰਹੀ ਗੱਲ ਸੇਵਾ ਦੀ, ਬਾਬਾ ਜੀ ਨੂੰ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਸਾਡੀ ਲੋੜ ਹੋਵੇ ਬੱਚਿਆਂ ਦੀ, ਜਿਵੇਂ ਬਾਬਾ ਹਰਜੀਤ ਸਿੰਘ ਜੀ ਸੁਖਚੈਨਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਏ ਨੇ ਮੇਰੇ ਨਾਲ, ਹੋਰ ਵੀ ਸੰਗਤਾਂ ਆਈਆਂ ਨੇ ਰੰਧਾਵਾ ਮਸੰਦਾ ਤੋਂ, ਔਰ ਅਸੀਂ ਇਹਨਾਂ ਦੇ ਨਾਲ ਜੁੜ ਕੇ ਸੇਵਾ ਕਰਾਂਗੇ ਔਰ ਸਾਨੂੰ ਇਹ ਬਾਬਾ ਜੀ ਸ਼ਕਤੀ ਦੇਣ ਕਿ ਅਸੀਂ ਮਰੀਜ਼ਾਂ ਦੀ ਸੇਵਾ ਕਰ ਸਕੀਏ। ਔਰ ਇੱਕ ਵਾਰ ਫੇਰ ਦਿਲੋਂ ਸਾਰਿਆਂ ਦਾ ਧੰਨਵਾਦ ਜੀ। ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਚਲੋ ਬਾਬਾ ਜੀ ਫਤਿਹ ਸਾਂਝੀ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੋੜੇ ਬਾਬਾ ਨਿਰਮਲ ਦਾਸ ਜੀ ਜਿਹੜੇ COVID-19 ਵਿੱਚ ਉਪਰਾਲੇ ਕੀਤੇ ਗਏ, ਤਹਿ ਦਿਲੋਂ ਸ਼ੁਕਰਵਾਰ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇਹ ਸਾਰੀਆਂ ਸੰਸਥਾਵਾਂ ਮਹਾਂਪੁਰਖ ਮਿਲ ਕੇ ਇਹ ਕਾਰਜ ਕਰਦੇ ਪਏ ਨੇ, ਕਿਉਂਕਿ ਘੜੀ ਬੜੀ ਔਖੀ ਹੈ, ਇਹਦੇ ਵਿੱਚੋਂ ਲੰਘ ਕੇ ਅਸੀਂ ਅਗਲੇ ਆਪਣੇ ਖੁਸ਼ਹਾਲੀ ਜ਼ਿੰਦਗੀ ਵੱਲ ਵਧਣਾ। ਸੋ ਸਾਰੀਆਂ ਉਹਨਾਂ ਸੰਗਤਾਂ ਦਾ ਧੰਨਵਾਦ ਆ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੇਵਾ ਕਰ ਰਹੀਆਂ ਨੇ, ਸੇਵਾ ਖੱਟ ਰਹੀਆਂ ਨੇ। ਬਹੁਤ ਜਿਹੜੀ ਇੱਕ ਗੱਲ ਚੰਗਾ ਲੱਗਦਾ, ਅੱਛਾ ਮਹਿਸੂਸ ਹੁੰਦਾ, ਇੱਕ ਉਹਦੀ ਆਪਣੀ ਤਾਕਤ ਸਾਨੂੰ ਮਿਲਦੀ ਹੈ ਕਿ ਜਦੋਂ ਵੀ ਅਸੀਂ ਇਸ ਸਥਾਨ ਦੇ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਹਸਪੀਟਲ ਆਉਂਦੇ ਹਾਂ ਤੇ ਸਾਰੇ ਕਾਰਜ ਜਿਹੜੇ ਨੇ ਅਰਦਾਸ ਕਰਕੇ ਸ਼ੁਰੂ ਕੀਤੇ ਜਾਂਦੇ ਨੇ। ਸੋ ਅੱਜ ਵੀ ਅਰਦਾਸ ਕਰਕੇ ਬਾਬਾ ਜੀ ਵੱਲੋਂ ਇਹ ਕਾਰਜ ਦੀ ਆਰੰਭਤਾ ਜਿਹੜੀ ਹੋਣੀ ਹੈ। ਸੋ ਹਾਂਜੀ ਭਾਈ ਸਾਹਿਬ ਹੋਰੀ 2 ਲਫ਼ਜ਼ ਸਾਡੇ ਨਾਲ ਸਾਂਝੇ ਕਰ ਲਈ ਜੀ। ਪੈਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਖੀ ਕਾ ਪਰ ਖੰਡੋ ਰੋਗ, ਦੁਖੇ ਕਾ ਮਿਟਾਵੋ ਪ੍ਰਭ ਸੋਗ। ਇਹ ਜੋ ਸਾਡੇ ਸੰਤ ਬਾਬਾ ਸਰਪ੍ਰਸਤ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਦਾਸ ਜੀ
ਬਾਬੇ ਜੋੜਿਆਂ ਦੇ ਵੱਲੋਂ ਸਰਪ੍ਰਸਤ ਬਾਬਾ ਪ੍ਰਧਾਨ ਸਾਧੂ ਸੰਪਰਦਾ ਪੰਜਾਬ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਬਹੁਤ ਵੱਡਾ ਜੋ ਜਹਾਦ ਹੈ ਕੋਵਿਡ-19 ਦੇ ਖਿਲਾਫ ਜੋ ਵਿੱਢਿਆ ਗਿਆ ਹੈ, ਕਿਉਂਕਿ ਇਸ ਦੇ ਨਾਲ ਬਹੁਤ ਬੇਸ਼ਕੀਮਤੀ ਜੋ ਜਾਨਾਂ ਹਨ ਉਹ ਜਾ ਰਹੀਆਂ ਹਨ। ਬਾਬਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਇਸ ਨੂੰ ਬਹੁਤ ਵੱਡੀ ਫਾਈਟ ਦਿੱਤੀ ਹੈ। ਇਸ ਰੂਰਲ ਏਰੀਆ ਦੇ ਵਿੱਚ ਬਹੁਤ ਸੋਫਿਸਟੀਕੇਟਡ ਜਿਹੜਾ ਹਸਪੀਟਲ ਹੈ, ਇਸ ਦੀ ਸਹੂਲਤ ਜਿਹੜੀ ਹੈ ਇਸ ਇਲਾਕੇ ਦੀਆਂ ਸੰਗਤਾਂ ਨੂੰ ਦਿੱਤੀ ਹੈ। ਇਸ ਹਸਪਤਾਲ ਤੋਂ ਜੋ ਕਿ ਕੋਵਿਡ ਦੇ ਖਿਲਾਫ ਆਕਸੀਜਨ ਦੀ ਘਾਟ ਕਰਕੇ ਜੋ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ, ਉਹਨਾਂ ਨੂੰ ਰਾਹਤ ਦੇਣ ਵਾਸਤੇ ਜਿਹੜੇ ਲੋਕ ਪੈਸੇ ਤੋਂ ਬਗੈਰ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਹ ਆਪਣਾ ਇਲਾਜ ਨਹੀਂ ਕਰਾ ਸਕਦੇ, ਬਾਬਾ ਜੀ ਬਿਲਕੁਲ ਨਿਸ਼ਕਾਮ ਸੇਵਾ ਜਿਹੜੀਆਂ ਉਹ ਯੂਕੇ ਦੀਆਂ, ਜਿਸ ਤੋਂ ਕੋਈ ਵੀ ਪੈਸਾ ਜਿਹੜਾ ਆ ਉਹ ਨਹੀਂ ਲਿਆ ਜਾਵੇਗਾ। ਤੇ ਬਾਹਰ ਦੀਆਂ ਜਿਤਨੀਆਂ ਵੀ ਸੰਸਥਾਵਾਂ ਹਨ ਜੋ ਕਿ ਬਾਬਾ ਜੀ ਦੀ ਮਦਦ ਕਰ ਰਹੀਆਂ ਹਨ, ਯੂਕੇ ਦੀਆਂ ਹਨ, ਹੋਰ ਵੀ ਵਿਦੇਸ਼ਾਂ ਦੀਆਂ ਸੰਗਤਾਂ ਹਨ, ਉਹ ਸੇਵਾ ਕਰ ਰਹੀਆਂ ਹਨ। ਹੋਰ ਬਹੁਤ ਸਾਰੀਆਂ ਸੰਸਥਾਵਾਂ ਵੀ ਬਾਬਾ ਜੀ ਦੇ ਨਾਲ ਇਸ ਜੋ ਬਹੁਤ ਵਧੀਆ ਕਾਰਜ ਹਨ ਉਸ ਦੇ ਵਿੱਚ ਮਦਦਗਾਰ ਸਿੱਧ ਹੋ ਰਹੀਆਂ ਹਨ। ਇਸ ਨੂੰ ਸਾਰੇ ਇਲਾਕੇ ਨੂੰ ਇਹਦੀ ਬਹੁਤ ਵੱਡੀ ਰਾਹਤ ਮਿਲੇਗੀ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਜਗੀਰ ਸਿੰਘ ਸੋ ਬਾਬਾ ਗੁਰਮੀਤ ਸਿੰਘ ਇਹ ਵੀ ਇਸ ਵੇਲੇ ਸ਼ਾਮਲ ਹੋਏ ਨੇ। ਹਾਂਜੀ ਬਾਬਾ ਜੀ, ਤੁਸੀਂ ਵੀ ਰੋਲ ਆਫ ਸੰਗਤਾਂ ਨਾਲ ਸਾਂਝੀ ਕਰਦੇ ਜੀ। ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ, ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਬਹੁਤ ਹੀ ਸੁੰਦਰ ਜੋ ਆਪਣੇ ਗੁਰੂਆਂ ਦੀ ਯਾਦ ਅੰਦਰ ਸੰਤ ਬਾਬਾ ਪ੍ਰੀਤਮ ਦਾਸ ਜੀ ਚੈਰੀਟੇਬਲ ਹਸਪੀਟਲ ਬਣਾਇਆ ਗਿਆ ਅਤੇ ਸੰਗਤ ਟੀਵੀ ਅਤੇ ਹੋਰ ਨਿਸ਼ਕਾਮ ਸੇਵਕ ਸੰਤ ਬਾਬਾ ਮਹਿੰਦਰ ਸਿੰਘ ਜੀ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸਹਿਯੋਗ ਕਰਦੇ ਹੋਏ ਇਹ ਜੋ ਕਾਰਜ ਅੱਜ ਤੋਂ ਆਰੰਭ ਕੀਤਾ ਜਾ ਰਿਹਾ ਹੈ ਕਿ ਜੋ ਜਿਸ ਨੂੰ ਵੀ ਪੇਸ਼ੈਂਟ ਨੂੰ, ਮਰੀਜ਼ ਨੂੰ ਆਕਸੀਜਨ ਦੀ ਲੋੜ ਹੋਵੇਗੀ ਤੇ ਉਸ ਨੂੰ ਇਹ ਜੋ ਫ੍ਰੀ ਆਫ ਕਾਸਟ ਜੋ ਹੈ ਇਹ ਉਹ ਪ੍ਰੋਵਾਈਡ ਕੀਤੀ ਜਾਵੇਗੀ। तो जिस भी किसी भी पेशेंट ਨੂੰ इस तरह की कोई भी लोड़ महसूस करता है आक्सीजन की, तो संत बाबा प्रीतम दास जी चैरिटेबल हॉस्पिटल आके ਉਹ ਇਹ ਸਹਾਇਤਾ ਲੈ ਸਕਦਾ ਹੈ। ਤੇ ਆਪਾਂ ਸਾਰੇ ਰਲ ਕੇ ਅਰਦਾਸ ਵੀ ਕਰੀਏ, ਸੱਚੇ ਪਾਤਸ਼ਾਹ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿਤ ਹੀ ਲਿਹੋ ਉਭਾਰ ਦੇ ਮਹਾਵਾਕਲ ਸਤਿਗੁਰੂ ਧੰਨ ਗੁਰਦਾਸ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ ਚਰਨਾਂ 'ਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਇਸ ਬਿਮਾਰੀ ਤੋਂ ਸਾਨੂੰ ਭਿਆਨਕ ਬਿਮਾਰੀ ਜੋ ਹੈ ਇਸ ਤੋਂ ਰਾਹਤ ਦੇਈਏ। ਤੇ ਸੰਗਤਾਂ ਸਭ ਅਰਦਾਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਮੈਂ ਸਮਝਦਾ ਕਿ ਬੜੀ ਜ਼ਰੂਰਤ ਹੈ, ਜਿੱਥੇ ਸੇਵਾ ਦੀ ਜ਼ਰੂਰਤ ਉੱਥੇ ਅਰਦਾਸ ਦੀ ਤੇ ਬੰਦਗੀ ਦੀ ਵੀ ਬਹੁਤ ਜ਼ਰੂਰਤ ਹੈ। ਸੋ ਹੁਣ ਮਿਲ ਕਰਕੇ ਇੱਥੇ ਅਰਦਾਸ ਹੋਏਗੀ ਜੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਦਨ ਹਰ ਗੋਬਿੰਦ ਨਾਮ ਸਿਮਰਨ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜੈਸਾ ਡਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆਵੈ ਧਾਏ ਸਾਬ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਬ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ। ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ 40 ਮੁਕਤਿਆਂ 8 ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਮਹਾਂਪੁਰਖਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ
ਪੰਥ ਕੀ ਜੀਤ ਆ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ, ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਵਾਹਿਗੁਰੂ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ। ਆਪ ਕਾਲ ਪੁਰਖ ਵਾਹਿਗੁਰੂ ਜੀ ਹੀ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ। ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਉਟਿਆਂ ਦੀ ਓੜ। ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਜੀ ਦੇ ਚਰਨ ਕਮਲਾਂ ਦੇ ਵਿੱਚ ਮਹਾਰਾਜ ਆਪ ਜੀ ਦੇ ਦਰੋ ਕਰ ਵਰਸਾਏ ਹੋਏ ਸੰਤ ਬਾਬਾ ਨਿਰਮਲ ਦਾਸ ਜੀ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਗੁਰੂ ਪਾਤਸ਼ਾਹ ਜੀ ਸਰਬੱਤ ਦੇ ਭਲੇ ਵਾਸਤੇ। ਮਹਾਰਾਜ ਗੁਰੂ ਪਾਤਸ਼ਾਹ ਜੀ ਇਸ ਵਕਤ ਕਰੋਨਾ ਵਾਇਰਸ ਚੱਲ ਰਿਹਾ ਮਹਾਰਾਜ, ਆਕਸੀਜਨ ਦੀ ਪਲਾਂਟ ਦੇ ਗੁਰੂ ਪਾਤਸ਼ਾਹ ਜੀ ਮੁਹੂਰਤ ਵਾਸਤੇ ਮਹਾਰਾਜ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਆ। ਗੁਰੂ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਗ ਹਾਜ਼ਰਾ ਦਰ ਪ੍ਰਵਾਨ ਕਰੋ। ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਮਹਾਰਾਜ ਕਿਰਪਾ ਕਰਨੀ, ਜਗਤ ਜਲੰਦਾ ਰਾਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰਾ ਉਬਰਾ ਤਤਾ ਲਹੋ ਬਾਰ, ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਧ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ ਸਾਸ, ਸਾਸ ਪ੍ਰਤ ਪਾਲੇ। ਗੁਰੂ ਪਾਤਸ਼ਾਹ ਜੀ ਅੰਗ ਸੰਗ ਹੋ ਕਰਕੇ ਹਰ ਇੱਕ ਜੀਵ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੇ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ। ਆਉਣ ਵਾਲਾ ਸੰਗਤਾਂ ਦਾ ਸਮਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਾਉਣਾ। ਹੋਈਆਂ ਭੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਮਹਾਰਾਜ ਸਹੀ ਪਿਆਰੇ ਮੇਲ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਜੋ ਬੋਲੇ ਸੋ ਨਿਰਭੈ। ਸ੍ਰੀ ਗੁਰੂ ਗ੍ਰੰਥ ਮਹਾਰਾਜ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।